ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਸਾਹਿਬ ਜੀਓ। ਕਬਿਤ ਨਿਤ ਹੀ ਭਗਤ ਰਤ ਨਾਮ ਕੀਨੋ ਬ੍ਰਿਤ ਚਿਤ। ਸੰਤਨ ਸੋਹਿਤ ਅਤ ਸੰਤ ਸਿੰਘ ਨਾਮ ਹੈ। ਸੁਜਨ ਦਇਆਲ ਧੀਰ ਧਰਮ ਵਿਸਾਲ ਧਰ। ਜਾਸ ਬੈਸ ਬਾਲ ਹੂੰ ਤੇ ਭਜਨ ਸੋ ਕਾਮ ਹੈ। ਨਿਤ ਹੀ ਭਗਤ ਰਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਚਵਰ ਛਤਰ ਤੱਕ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁੰਦਰ ਦੀਵਾਨ ਸਜ ਰਹੇ ਹੈ। ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਕੋਈ ਸਮਾਂ ਗੁਰਬਾਣੀ ਦਾ ਪਾਠ ਜਾਪ ਅਤੇ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਸ੍ਰੀ ਆਸਾ ਜੀ ਦੀ ਵਾਰ ਦੇ ਕੁਝ ਪੌੜੀਆਂ ਸਲੋਕਾਂ ਗੁਰੂ ਰਾਮਦਾਸ ਸਾਹਿਬ ਜੀ ਦੀ ਆਸਾ ਰਾਗ ਵਿਚਕਾਰ ਉਚਾਰਨ ਕੀਤੇ ਹੋਏ ਸ਼ਕਿਆਂ ਸਹਿਤ ਕੀਰਤਨ ਹੋਇਆ ਹੈ। ਕੀਰਤਨ ਤੋਂ ਉਪਰੰਤ ਆਪਾਂ ਕੁਝ ਸਮਾਂ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਸੋਹਣਾ ਛੰਦਾਬੰਦੀ ਵਿੱਚ ਲਿਖਿਆ ਹੈ, ਉਹ ਆਪਾਂ ਪ੍ਰਾਰੰਭ ਕੀਤਾ ਹੈ। ਇਤਿਹਾਸ ਦੀ ਪ੍ਰਾਰੰਭਤਾ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਮਹਿਮਾ ਦੇ ਮੰਗਲ ਕੀਤੇ ਹੈ, ਜਿਨ੍ਹਾਂ ਮੰਗਲਾਂ ਨੂੰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵੀ ਰਲ ਮਿਲ ਕੇ ਪੜ੍ਹਿਆ ਸੁਣਿਆ ਵਿਚਾਰਿਆ ਸੀ, ਲਾਹਾ ਲਿਆ ਸੀ। ਅਤੇ ਕੱਲ੍ਹ ਇਹ ਸਾਰੇ ਮੰਗਲ ਵਿਚਾਰ ਰੂਪ ਵਿੱਚ ਪੂਰਿਆਂ ਹੋ ਗਏ ਸੀ। ਅੱਜ ਅੱਗੇ ਇਤਿਹਾਸ ਭਾਈ ਸੰਤ ਸਿੰਘ ਜੀ ਦਾ ਆ ਰਿਹਾ ਹੈ, ਜੀਵਨ ਆ ਰਿਹਾ ਹੈ, ਜਿਨ੍ਹਾਂ ਦੇ ਪਾਸੋਂ ਜਿਨ੍ਹਾਂ ਨੇ ਇਹ ਗ੍ਰੰਥ ਲਿਖਿਆ ਕਵੀ ਸੰਤੋਖ ਸਿੰਘ, ਉਹ ਵਿਦਿਆ ਪ੍ਰਾਪਤ ਕੀਤੀ ਸੀ, ਵਿਦਿਆ ਪੜ੍ਹੇ ਸੀ, ਆਪਣੇ ਵਿਦਿਆ ਦਾਤੇ ਸੀ ਆਪਣੇ ਉਸਤਾਦ ਸੰਤ ਸਿੰਘ ਜੀ। ਉਹਨਾਂ ਦੀ ਵੀ ਮਹਿਮਾ ਵਡਿਆਈ ਦਾ ਮੰਗਲ ਕਵੀ ਜੀ ਨੇ ਕੀਤਾ ਹੈ। ਅਜੋਕੇ ਸਮੇਂ ਵਿੱਚ ਭਾਵੇਂ ਜਿਹੜੇ ਕੋਈ ਉਸਤਾਦ ਹੈ
ਉਹਨਾਂ ਦਾ ਜਿਹੜਾ ਸਤਿਕਾਰ ਦਿਨੋਂ ਦਿਨ ਘਟ ਰਿਹਾ ਹੈ, ਕਿਉਂਕਿ ਜਿਹੜੇ ਉਸਤਾਦ ਵਗੈਰਾ ਹੁਣ ਉਹ ਸਕੂਲਾਂ ਵਿੱਚ ਉਹ ਨੌਕਰ ਜਿਹੇ ਹੁੰਦੇ ਨੇ, ਮਾਇਆ ਲੈਂਦੇ ਆ, ਜਿਸ ਕਰਕੇ ਜਿਹੜੇ ਪੜ੍ਹਨ ਪੁੰਨ ਵਾਲੇ ਉਹ ਕਹਿੰਦੇ ਤੁਸੀਂ ਕਦੇ ਐਵੇਂ ਥੋੜ੍ਹਾ ਪੜ੍ਹਾਉਂਦੇ ਆ, ਇੰਨੇ ਲੈਂਦੇ ਉਹਨੇ ਲੈਂਦੇ ਆ, ਤੁਹਾਡਾ ਕੰਮ ਹੈ ਹੀ। ਉਹ ਪੜ੍ਹਨ ਵਾਲੇ ਵੀ ਕੁਛ ਆਪਣੇ ਉਸਤਾਦ ਨੂੰ ਬੋਲਦੇ ਨੇ। ਕਰਾਂਗੇ ਜੇ ਕੋਈ ਅਸੀਂ ਟਿਊਸ਼ਨ 'ਤੇ ਲਾਇਆ, ਉਹਨੂੰ ਅਸੀਂ ਕੁਝ ਦਿੰਦੇ ਲੈਂਦੇ ਹਾਂ, ਉਹਦਾ ਵੀ ਕੋਈ ਇੰਨਾ ਬਲਦ ਸਤਿਕਾਰ ਨਹੀਂ ਸਾਡੇ ਮਨ ਵਿੱਚ ਹੁੰਦਾ ਹੈ। ਪਹਿਲੇ ਸਮਿਆਂ ਵਿੱਚ ਐਸਾ ਨਹੀਂ ਕੁਝ ਹੁੰਦਾ ਸੀ, ਯਾਨੀ ਉਸਤਾਦ ਨੂੰ ਉਹ ਬਹੁਤ ਮਾਨਤਾ ਤਰਜੀਹ ਦਿੰਦੇ ਸੀ। ਜੋ ਕਹਿੰਦਾ ਸੀ ਉਹਨੂੰ ਖਿੜੇ ਮੱਥੇ ਪ੍ਰਵਾਨ ਬੰਦੇ ਸੀ। ਸੋ ਕਵੀ ਸੰਤੋਖ ਸਿੰਘ ਜੀ ਨੇ ਇਹ ਗੁਰਮਤਿ ਦੀ ਜਿਹੜੀ ਵਿਦਿਆ ਹੈ ਇਹਨਾਂ ਪਾਸੋਂ ਹਾਸਿਲ ਕੀਤੀ ਸੀ। ਨਿਰੇ ਉਹ ਵਿਦਿਆ ਦਾ ਤੇ ਉਸਤਾਦ ਨਹੀਂ ਸਗਨ, ਸਗੋਂ ਜਿਹੜੇ ਭਾਈ ਸੰਤ ਸਿੰਘ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਦੀ ਸੇਵਾ ਤੇ ਨਿਰਭਰ ਸਨ। ਬੜੇ ਤਕੜੇ ਭਜਨ ਸਿਮਰਨ ਵਾਲੇ ਸੀ, ਚੰਗੀ ਉੱਚੀ ਅਵਸਥਾ ਵਾਲੇ ਸਨ। ਵਿਦਵਾਨ ਹੋ ਜਾਣਾ ਕੋਈ ਵੱਖਰੀ ਗੱਲ ਹੈ। ਵਿਦਵਾਨ ਹੋ ਕੇ ਫਿਰ ਅੱਗੇ ਜਪ ਤਪ ਕਰਨਾ, ਕਮਾਈ ਕਰਨੀ, ਤੜਕੇ ਉੱਠ ਕੇ ਭਜਨ ਸਿਮਰਨ ਕਰਨਾ, ਜੋ ਕੁਝ ਕਹਿਣਾ ਉਹਦੇ 'ਤੇ ਆਪ ਵੀ ਪਹਿਲਾਂ ਅਮਲ ਕਰਨਾ। ਜਿਹੜਾ ਕੋਈ ਅਮਲੀ ਜੀਵਨ ਵਾਲਾ ਹੁੰਦਾ ਹੈ, ਜੋ ਕਹਿੰਦਾ ਉਸ ਤੋਂ ਪਹਿਲਾਂ ਆਪ ਉਹਨੂੰ ਕਮਾਉਂਦਾ ਹੈ। ਆਪ ਕਮਾਓ ਔਰਾ ਉਪਦੇਸ਼ ਵਾਲੀ ਗੱਲ 'ਤੇ ਪਹਿਰਾ ਦਿੰਦਾ ਹੈ, ਫਿਰ ਉਹਦਾ ਲੋਕਾਂ 'ਤੇ ਅਸਰ ਵੀ ਪੈਂਦਾ ਹੈ। ਉਹ ਪਹਿਲਾਂ ਦੇ ਜਦ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਂ, ਜੇ ਧਰਤੀ ਦੇ ਵਿੱਚ ਕਿਸੇ ਦਰੱਖਤ ਦੀ ਪੱਕੀ ਤਰ੍ਹਾਂ ਜੜ ਜੰਮੀ ਹੋਵੇ ਤੇ ਉਹਦੇ ਦਰੱਖਤ ਦੇ ਉੱਪਰ ਬੜੀ ਸੰਘਣੀ ਛਾਂ ਹੁੰਦੀ, ਗੂੜੀ ਛਾਂ ਹੁੰਦੀ ਹੈ। ਇਸ ਤਰ੍ਹਾਂ ਜਿਹੜਾ ਕੋਈ ਕਥਾ ਵਿਆਖਿਆ ਕਰਨ ਵਾਲਾ ਹੈ, ਕਹਿਣ ਵਾਲਾ ਹੈ, ਉਹਦੀ ਜਿਹੜੀ ਸ਼ਰਧਾ ਰੂਪੀ ਜੜ ਹੈ, ਜੇ ਗੁਰੂ ਰੂਪ ਦੇ ਵਿੱਚ ਜੁੜੀ ਹੋਵੇ, ਸ਼ਰਧਾ ਗੁਰੂ ਦੇ ਵਿੱਚ ਅਥਾਹ ਹੋਵੇ, ਤੇ ਫਿਰ ਉਹਦਾ ਜਿਹੜੀ ਕੋਈ ਕਹਿਣੀ ਕਥਨੀ ਦੀ ਛਾਂ ਹੈ, ਕਥਾ ਵਿਆਖਿਆ ਦਾ ਪ੍ਰਭਾਵ ਹੈ, ਉਹ ਜ਼ਿਆਦਾ ਪੈਂਦਾ ਹੈ। ਤੇ ਇਸ ਤਰ੍ਹਾਂ ਇਹ ਕਵੀ ਸੰਤੋਖ ਸਿੰਘ ਜੀ ਨੇ ਜਿਹੜੀ ਵਿਦਿਆ ਪੜ੍ਹੀ ਉਹ ਪੂਰੇ ਉਸਤਾਦ ਤੋਂ ਪੜ੍ਹੀ ਸੀ, ਜੋ ਗੁਰਮਤਿ ਦਾ ਧਾਰਨੀ ਸੀ, ਭਜਨ ਸਿਮਰਨ ਕਰਨ ਵਾਲਾ ਸੀ। ਇਸੇ ਕਰਕੇ ਆਪਣੇ ਵਿਦਿਆ ਦਾਤੇ ਤੋਂ ਪ੍ਰਭਾਵ ਲੈ ਕੇ ਕਵੀ ਸੰਤੋਖ ਸਿੰਘ ਜੀ ਵੀ ਜਪ ਤਪ ਕਰਨ ਵਾਲੇ ਸਨ। ਉਹਨਾਂ ਦੇ ਜੀਵਨ ਵਿੱਚ ਉਹਨਾਂ ਦੀ ਭੈਣ ਵੱਲੋਂ ਇਹ ਕੁਝ ਕਹੇ ਗਏ ਲਫ਼ਜ਼ ਵੀ ਮੇਰੇ ਵੀਰ ਜੀ ਕਰੀਬਨ 1:30-2 ਵਜੇ ਉੱਠ ਪੈਂਦੇ ਸੀ। ਇਸ਼ਨਾਨ ਆਦਿਕ ਦੀ ਕਿਰਿਆ ਕਰਕੇ ਨੇਤਰ ਬੰਦ ਕਰਕੇ ਸਮਾਧੀ ਵਿੱਚ ਸਥਿਤ ਹੋ ਜਾਂਦੇ ਸੀ। ਤੇ ਇਸ ਤਰ੍ਹਾਂ ਦਿਨ ਚੜ੍ਹਦੇ ਨਾਲ ਉਹਨਾਂ ਦੀ ਸਮਾਧੀ ਉਥਾਨ ਹੋ ਜਾਂਦੀ। ਫਿਰ ਉਹਨਾਂ ਦਾ ਚਿਹਰਾ ਜਾਣੀ ਕਮਾਈ ਕਰਨ ਕਰਕੇ, ਜਪ ਤਪ ਕਰਕੇ ਇੰਨਾ ਲਾਲੋ ਲਾਲ ਹੋ ਜਾਂਦਾ ਵੀ ਉਹ ਚਿਹਰੇ ਦੇ ਅੱਗੇ ਝਾਕਿਆ ਨਹੀਂ ਜਾਂਦਾ ਸੀ। ਕਿ ਫਿਰ ਇਸ ਤਰ੍ਹਾਂ ਉੱਠ ਕੇ ਉਹ ਬਾਹਰ ਆ ਜਾਂਦੇ ਤੇ ਹੱਥ ਵਿੱਚ ਇੱਕ ਪਤਲੀ ਜਿਹੀ ਛਟੀ ਫੜ ਲੈਂਦੇ। ਇਸ ਤਰ੍ਹਾਂ ਉਹ ਘੁੰਮਣ ਲੱਗ ਪੈਂਦੇ। ਦੋ ਪਾਸੇ ਲਿਖਾਰੀ ਬੈਠ ਜਾਂਦੇ, ਇੱਕ ਇੱਧਰ ਇੱਕ ਉੱਧਰ, ਵਿਚਕਾਰ ਜਿਉ ਫਿਰਦੇ ਰਹਿੰਦੇ। ਤੇ ਇਸ ਤਰ੍ਹਾਂ ਫਿਰ ਗੁਰੂ ਕਾ ਇਤਿਹਾਸ ਛੰਦਾਬੰਦੀ ਵਿੱਚੋਂ ਉਚਾਰੇ ਜਾਂਦੇ। ਜਿੱਥੇ ਤੁਕਾਂਤ ਪੂਰਾ ਹੁੰਦਾ ਉੱਥੇ ਉਹਨਾਂ ਨੇ ਉਹ ਜਿਹੜੀ ਹੱਥ ਵਿੱਚ ਛਟੀ ਜੀ ਫੜੀ ਉਹਦੇ ਨਾਲ ਇਸ਼ਾਰਾ ਜਾਂ ਧਰਤੀ 'ਤੇ ਕਰੀ ਜਾਣਾ। ਇਸ ਤਰ੍ਹਾਂ ਜਦੋਂ ਇੱਕ ਤਰਫ ਜਾਣਾ ਹੈ, ਜਿੱਧਰ ਦਾ ਲਿਖਾਰੀ ਨੇੜੇ, ਉਹਨੇ ਸੁਣ ਕੇ ਉਹ ਲਿਖੀ ਜਾਣਾ। ਜਦੋਂ ਦੂਸਰੀ ਤਰਫ ਨੂੰ ਫਿਰਦੇ ਵਿਚਰਦੇ ਜਾਣਾ, ਉਹ ਲਿਖਾਰੀ ਨੇ ਲਿਖੀ ਜਾਣਾ।
ਤੇ ਬਾਅਦ ਵਿੱਚ ਸਾਰਾ ਕੁਝ ਉਹਨਾਂ ਦੋਹਾਂ ਨੇ ਆਪੋ ਵਿੱਚ ਹੀ ਮਿਲ ਕੇ ਉਹਨੂੰ ਇਕੱਠਾ ਕਰਕੇ ਸਹੀ ਰੂਪ ਵਿੱਚ ਲਿਖ ਲੈਣਾ। ਇਹ ਨਹੀਂ ਵੀ ਜਿਹੜਾ ਕੁਛ ਉਹ ਮੁੱਖੋਂ ਕਾਵਿ ਦੇ ਨਿਯਮਾਂ ਵਿੱਚ ਉਚਾਰਦੇ ਸੀ, ਪਹਿਲਾਂ ਕੋਈ ਉਹ ਦੇਖਦੇ ਸੀ, ਕੋਈ ਵਿਚਾਰਦੇ ਸੀ ਨਾ, ਸਿੱਧੇ ਸਿੱਧੀ ਬਸ ਉਹਨਾਂ ਦੀ ਉਹ ਰੋਜ਼ ਚੱਲ ਪੈਂਦੀ ਏ ਕਥਨੀ ਦੀ। ਇਉਂ ਸਾਰੇ ਜਿੰਨੀ ਵੀ ਕਥਾ ਹੈ ਇਤਿਹਾਸ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਵਿਚਰ ਕੇ ਲਿਖਵਾਈ ਹੈ। ਤੇ ਇਸ ਤਰ੍ਹਾਂ ਦਾ ਵੀ ਖਿਆਲ ਕੀਤਾ ਜਾਂਦਾ ਵੀ ਜੋ ਕੋਈ ਰੋਜ਼ ਦੀ ਰੋਜ਼ ਕਥਾ ਭਾਈ ਸਾਹਿਬ ਸ਼ੰਦਾਬੰਦੀ ਵਿੱਚ ਲਿਖਾਉਂਦੇ ਸਨ ਵੀ ਉਹ ਪਹਿਲਾਂ ਸਮਾਧੀ ਵਿੱਚ ਸਥਿਤ ਹੋਇਆ ਆਪ ਜੀ ਨੂੰ ਗੁਰੂ ਮਹਾਰਾਜ ਨੂੰ ਸਾਰਾ ਕੁਛ ਹੀ ਆਪਣਾ ਕੌਤਕ ਜਣਾ ਦਿੰਦੇ ਸੀ। ਉਹ ਸਮਾਧੀ ਵਿੱਚ ਹੀ ਸਾਰਾ ਕੁਛ ਦਰਸ਼ਨ ਕਰਕੇ ਦੇਖ ਕੇ ਫਿਰ ਉਹਦਾ ਜਿਹੜਾ ਉਤਾਰਾ ਹੈ, ਉਹਦਾ ਜਿਹੜਾ ਨਕਸ਼ਾ ਹੈ ਨਾ, ਉਹ ਫਿਰ ਸੋਹਣੇ ਸ਼ੰਦਾਬੰਦੀ ਵਿੱਚ ਬੰਨ੍ਹ ਦਿੰਦੇ। ਯਾਨੀ ਸਾਰਾ ਕੁਝ ਜੋ ਇਤਿਹਾਸ ਵਿੱਚ ਲਿਖਿਆ ਲਿਖਾਇਆ ਵੀ ਗੁਰੂ ਮਹਾਰਾਜ ਨੇ ਉਹ ਦਿਖਾਇਆ ਉਹਨਾਂ ਨੂੰ ਸਮਾਧੀ ਵਿੱਚ, ਫਿਰ ਉਹਦਾ ਉਹਨਾਂ ਨੇ ਨਕਸ਼ਾ ਖਿੱਚਿਆ ਹੈ। ਇਸੇ ਕਰਕੇ ਕਵੀ ਸੰਤੋਖ ਸਿੰਘ ਜੀ ਦੀ ਜਿਹੜੀ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹੈ ਜਾਂ ਨਾਨਕ ਪ੍ਰਕਾਸ਼ ਦੀ ਕਥਾ ਹੈ, ਸਾਰਿਆਂ ਤਖਤਾਂ ਤੇ ਵੱਡੇ ਵੱਡੇ ਅਸਥਾਨਾਂ ਤੇ ਵਿਸ਼ੇਸ਼ ਕਰਕੇ ਹੁੰਦੀ ਹੈ। ਜਿਹੜਾ ਕੋਈ ਸੁਣਨ ਵਾਲਾ ਸਰੋਤਾ ਹੈ ਉਹ ਵੀ ਐਂ ਅਨੁਭਵ ਕਰਦਾ ਵੀ ਜਿਹਨੇ ਹੁਣੇ ਇਹ ਸਾਰਾ ਕੁਝ ਹੋ ਰਿਹਾ ਹੋਵੇ, ਗੁਰੂ ਮਹਾਰਾਜ ਹੁਣੇ ਸਾਰਾ ਕੁਝ ਕਰਾਈ ਜਾਣ। ਜਦੋਂ ਬਾਲ ਲੀਲਾ ਦਾ ਪ੍ਰਸੰਗ ਕਵੀ ਕਹਿੰਦਾ ਇਉਂ ਸੁਣਨ ਵਾਲਿਆਂ ਨੂੰ ਪ੍ਰਤੀਤ ਹੁੰਦਾ ਵੀ ਗੁਰੂ ਨਾਨਕ ਸਾਹਿਬ ਜੀ ਉਹ ਬਾਲ ਲੀਲਾ ਕਰ ਰਹੇ ਹੈ। ਜੇ ਕੋਈ ਜੰਗਾਂ ਯੁੱਧਾਂ ਦੇ ਪ੍ਰਸੰਗ ਕਥਨ ਕਰਦਾ ਤੇ ਐਂ ਪ੍ਰਤੀਤ ਹੁੰਦਾ ਵੀ ਹੁਣ ਛੇ ਪਾਤਸ਼ਾਹ ਨੇ ਜੰਗ ਕਰ ਹੀ ਰਹੇ, ਖੰਡਾ ਖੜਕਾ ਹੀ ਰਹੇ। ਯਾਨੀ ਐਸੀ ਉਹਨਾਂ ਦੀ ਕਥਨੀ ਵਿੱਚ ਪ੍ਰਭਾਵ ਹੈ। ਉਹ ਜਿਹੜੀ ਇਹ ਸਾਰੀ ਗੁਰਮਤਿ ਦੀ ਵਿਦਿਆ ਹੈ ਆਪਣੇ ਉਸਤਾਦ ਪਾਸੋਂ ਇਹ ਪ੍ਰਾਪਤ ਕੀਤੀ ਸੀ, ਜਿਸ ਕਰਕੇ ਆਪਣੇ ਉਸਤਾਦ ਦੀ ਵੀ ਮਹਿਮਾ ਕਵੀ ਜੀ ਨੇ ਆਪਣੇ ਗ੍ਰੰਥ ਇਤਿਹਾਸ ਲਿਖਣ ਤੋਂ ਪਹਿਲਾਂ ਕੀਤੀ ਹੈ। ਉਹ ਉਸਤਾਦ ਦਾ ਨਾਮ ਸੀ ਭਾਈ ਸੰਤ ਸਿੰਘ। ਜਿਵੇਂ ਉਹਨਾਂ ਦੀ ਮਹਿਮਾ ਦਾ ਮੰਗਲ ਕਵੀ ਜੀ ਨੇ ਲਿਖਿਆ ਉਹ ਅੱਜ ਸ਼ੁਰੂ ਹੋ ਰਿਹਾ ਹਨ। ਜਿਵੇਂ ਵੀ ਸ਼ਰਧਾ ਭਰੇ ਬਚਨ ਕਵੀ ਜੀ ਦੇ ਆਪਣੇ ਉਸਤਾਦ ਆਪਣੇ ਵਿਦਿਆ ਦਾਤੇ ਦੇ ਪ੍ਰਤੀ ਆ ਰਹੇ, ਉਹ ਆਪਾਂ ਸਾਰੇ ਮਨ ਲਾ ਕੇ ਸੁਣੀਏ ਜੀ। ਨਿਤ ਹੀ ਭਗਤ ਰਤ। ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਜਿਨ੍ਹਾਂ ਪਾਸੋਂ ਮੈਂ ਗੁਰਮਤਿ ਦੀ ਵਿਦਿਆ ਹਾਸਿਲ ਕੀਤੀ ਹੈ, ਕਹਿੰਦੇ ਉਹਨਾਂ ਦੀ ਹਮੇਸ਼ਾ ਭਗਤੀ ਕਰਨ ਵਿੱਚ ਹੀ ਪ੍ਰੀਤੀ ਸੀ। ਪ੍ਰੀਤੀ ਨਾਲ ਹਮੇਸ਼ਾ ਸੇਵਾ ਤੇ ਸਿਮਰਨੀ ਕਰੀ ਜਾਂਦੇ ਸਨ। ਨਾਮ ਕੀਨੋ ਬ੍ਰਿਤ ਚਿਤ। ਫਿਰ ਆਪਣੀ ਜਿਹੜੀ ਚਿੱਤ ਦੀ ਬਿਰਤੀ ਹੈ ਉਹਨੂੰ ਕਹਿੰਦੇ ਨਾਮ ਹੀ ਬਣਾਇਆ, ਨਾਮ ਦੀ ਚਿੱਤ ਬਿਰਤੀ ਬਣਾਇਆ ਸੀ। ਉਹਨਾਂ ਦੀ ਜਿਹੜੀ ਚਿੱਤ ਦੀ ਬਿਰਤੀ ਇੱਧਰ ਉੱਧਰ ਨਹੀਂ ਜਾਂਦੀ ਸੀ, ਹਮੇਸ਼ਾ ਉਹਨਾਂ ਦੀ ਚਿੱਤ ਦੀ ਬਿਰਤੀ ਨਾਮ ਵਿੱਚ ਹੀ ਜੁੜੀ ਰਹਿੰਦੀ ਸੀ। ਆਮ ਬਿਰਤੀਆਂ 5 ਪ੍ਰਕਾਰ ਦੀਆਂ ਮੰਨੀਆਂ, ਧਾਰਮਿਕ ਪੁਸਤਕਾਂ ਇੱਕ ਪ੍ਰਮਾਣ, ਉਹ ਇੰਦਰੇ ਜਿਹੜੇ ਹੈ ਕਿਤੇ ਕੰਨਾਂ ਰਾਹੀਂ ਇਹ ਬਿਰਤੀ ਜਾਂਦੀ ਮਨ ਦੀ, ਜਿੱਥੇ ਕੋਈ ਗਾਉਣਾ ਵਜਾਉਣਾ ਹੋਇਆ ਹੋਵੇ ਫਿਰ ਉੱਧਰ ਨੂੰ ਮਨ ਦੀ ਬਿਰਤੀ ਜਾਂਦੀ, ਉੱਧਰ ਲੱਗ ਜਾਂਦੀ ਹੈ। ਕਿਤੇ ਅੱਖਾਂ ਰਾਹੀਂ ਬਿਰਤੀ ਨਿਕਲਦੀ ਹੈ, ਚੰਗਾ ਰੂਪ ਦੇਖਣ ਵਾਸਤੇ ਉੱਧਰੋਂ ਲੱਗੀ ਰਹਿੰਦੀ ਹੈ। ਕਿਤੇ ਇਸ ਤਰ੍ਹਾਂ ਵਿਪਰਜੇ ਵੀ ਉਲਟ ਵੀ ਇਹ ਤਾਂ ਹੋ ਜਾਂਦੀ, ਉਲਟੇ ਪੁਲਟੇ ਖਿਆਲ ਕਰਦੀ ਹੈ ਮਨ ਦੀ ਬਿਰਤੀ। ਕਿਤੇ ਤਰ੍ਹਾਂ ਤਰ੍ਹਾਂ ਦੀਆਂ ਕਲਪਨਾ, ਕਿਤੇ ਨਿੰਦਰਾ ਵਿੱਚ ਚਲੀ ਜਾਂਦੀ ਹੈ।
ਇਹ ਕਦੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਪਿਛਲੀਆਂ ਯਾਦਾਂ ਹਨ ਉਹਨਾਂ ਵਿੱਚ ਆ ਜਾਂਦੀ ਹੈ ਵੀ ਪਿੱਛੇ ਮੈਂ ਕਰਿਆ ਸੀ, ਉਹ ਹੋਇਆ ਸੀ। ਜਦੋਂ ਕੋਈ ਭਜਨ ਸਿਮਰਨ ਕਰਨ ਲੱਗੂਗਾ ਉਸ ਵੇਲੇ ਮਨ 'ਚ ਦੀਆਂ ਜਿਹੜੀਆਂ ਪੰਜ ਬਿਰਤੀਆਂ ਇਹਨਾਂ ਦਾ ਪ੍ਰਭਾਵ ਪੈਂਦਾ ਹੈ। ਸਿਮਰਤੀ ਨਾਲ ਯਾਦਾਂ ਦਾ ਇਹ ਪਿੱਛੇ ਜਿਹੜਾ ਕੋਈ ਭੂਤਕਾਲ ਪਿਛਲੇ ਸਮੇਂ ਵਿੱਚ ਕੋਈ ਕਰਾਇਆ ਨਾ ਬਾਲਕ ਉਮਰਾ ਜਵਾਨ ਅਵਸਥਾ ਵਿੱਚ, ਫਿਰ ਉਹਨੂੰ ਆਪਣੇ ਚਿੱਤ ਵਿੱਚ ਚੇਤੇ ਕਰਨਾ, ਯਾਦ ਕਰਨਾ। ਇਸ ਤਰ੍ਹਾਂ ਵੀ ਜਦੋਂ ਅਸੀਂ ਕਥਾ ਵਾਰਤਾ ਵੀ ਸੁਣਾਂਗੇ ਉਸ ਵੇਲੇ ਵੀ ਮਨ ਚਿੱਤ ਦੀ ਬਿਰਤੀ ਇਉਂ ਕਈ ਵਾਰੀ ਹੁੰਦੀ ਹੈ ਕਿ ਉਹ ਜੇ ਕੋਈ ਆ ਗਿਆ ਸਾਡੀਆਂ ਅੱਖਾਂ ਉੱਧਰ ਨੂੰ ਆਈ ਜਾਣਗੀਆਂ ਵੀ ਕਿਉਂ ਬਣਾਇਆ ਹੈ। ਜੇ ਮਾੜਾ ਮੋਟਾ ਕਿਸੇ ਨੇ ਖੜਕਾ ਦੜਕਾ ਜਾਂ ਕੰਨ ਉੱਧਰ ਨੂੰ ਸੁਣ ਕੇ ਭਜਣਗੇ ਵੀ ਇਹ ਕੀ ਕਰ ਰਿਹਾ ਹੈ, ਇਹ ਖੜਕਾ ਕਾਹਦਾ ਹੋਇਆ ਹੈ। ਯਾਨੀ ਇਸ ਤਰ੍ਹਾਂ ਇੰਦਰੀਆਂ ਦੁਆਰਾ ਮਨ ਦੀ ਬਿਰਤੀ ਇੱਧਰ ਉੱਧਰ ਜਾਂਦੀ, ਅੱਖਾਂ ਦੁਆਰਾ ਕੰਨਾਂ ਦੁਆਰਾ। ਇਹ ਹੈ ਪ੍ਰਮਾਣ ਬਿਰਤੀ। ਦੂਜੀ ਹੈ ਵਿਵਰਤੀ ਵਿਪਰਜੈ, ਉਲਟੇ ਪੁਲਟੇ ਚਿਤਵੜੀਆਂ ਹੋਣੀਆਂ, ਹੋਰ ਉਲਟੇ ਪੁਲਟੇ ਖਿਆਲ ਜੇ ਬੈਠਿਆਂ ਬੈਠਿਆਂ ਹੀ ਕਥਾ ਵਿੱਚ ਪੁਰਨੇ। ਫਿਰ ਇਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀਆਂ ਕਲਪਨਾਵਾਂ ਸ਼ੁਰੂ ਹੋ ਜਾਣੀਆਂ ਵੀ ਇੰਨਾ ਕੁ ਟਾਈਮ ਹੋ ਗਿਆ, ਇੰਨਾ ਕੁ ਟਾਈਮ ਰਹਿੰਦਾ, ਪਤਾ ਨਹੀਂ ਭਾਈ ਜੀ ਕਦੋਂ ਹਟਣਗੇ, ਨਹੀਂ ਦੇਣਗੇ। ਇਹ ਵੀ ਬੈਠਿਆਂ ਬੈਠਿਆਂ ਕਥਾ ਵਿੱਚ ਹੁੰਦਾ ਵੀ ਅਜੇ ਹਟਦੇ ਹੀ ਨਹੀਂ। ਇਹ ਘੰਟਾ ਤਾਂ ਨਹੀਂ ਸੀਗਾ, ਅੱਜ ਸਵਾ ਘੰਟਾ ਹੋ ਗਿਆ, 1.5 ਘੰਟਾ ਹੋ ਗਿਆ। ਇਸ ਤਰ੍ਹਾਂ ਦੀਆਂ ਕਲਪਨਾ ਜੀਆਂ ਫਿਰ ਮਨ ਕਰਦਾ ਹੈ। ਜਾਂ ਇਸ ਤਰ੍ਹਾਂ ਵੀ ਕੋਈ ਜਿਹੜਾ ਕੋਈ ਇਤਿਹਾਸ ਵਿੱਚ ਪ੍ਰਸੰਗ ਹੈ ਉਹ ਤਾਂ ਕੁਝ ਹੋਰ ਕਹੀ ਜਾਏ, ਫਿਰ ਕਲਪਨਾ ਜੀ ਹੁੰਦੀ ਹੈ ਵੀ ਪਹਿਲਾਂ ਤਾਂ ਇਹ ਜਿਹਾ ਸਮਝ ਅੱਜ ਹੋਰ ਹੀ ਸੁਣਾਈ ਜਾਂਦਾ ਹੈ। ਜੇ ਕਿੱਧਰ ਚੱਲ ਪਿਆ ਕਥਾਵਾਜ, ਇਸ ਤਰ੍ਹਾਂ ਦੀਆਂ ਕਲਪਨਾ ਜੀਆਂ ਮਨ ਵਿੱਚ। ਇਹ ਹੈ ਮਨ ਦੀ ਕਹਿੰਦੇ ਵਿਕਲਪ ਬਿਰਤੀ। ਫਿਰ ਨੀਂਦ ਆਉਣ ਲੱਗ ਪੈਣੀ ਤੇ ਉਹ ਕਥਾ ਸੁਣਦਿਆਂ ਸੁਣਦਿਆਂ ਵੀ ਸਾਡਾ ਸਿਰ ਜਾ ਕੇ ਵੱਜਦਾ ਨਾ ਧਰਤੀ ਤੇ, ਇਹ ਵੀ ਮਨ ਦੀ ਬਿਰਤੀ ਹੈ। ਇਹਦੇ ਨਾਲ ਸੌ ਜਾਂਦਾ ਹੈ, ਸੁਣਦਾ ਹੋਇਆ ਅਣਸੁਣਿਆ ਜਾ ਕਰਦਾ ਹੈ। ਯਾਨੀ ਉਹ ਜਿਵੇਂ ਸੁੱਤੇ ਨੂੰ ਕੁਝ ਪਤਾ ਨਹੀਂ ਨਾ ਚੱਲਦਾ, ਇਉਂ ਕਈ ਵਾਰੀ ਉਹ ਬਿਰਤੀ ਮਨ ਦੀ ਹੋ ਜਾਂਦੀ ਹੈ। ਬੈਠੇ ਅਸੀਂ ਗੁਰੂ ਦਰਬਾਰ ਵਿੱਚ ਕਥਾ ਸੁਣ ਲਈ ਜਾਂ ਕੀਰਤਨ ਹੁੰਦੇ ਆ ਤੇ ਜਿਵੇਂ ਨੀਂਦ ਆਈ, ਕੋਈ ਨੂੰ ਸੁਣਦਾ ਕੁਝ ਨਹੀਂ ਨਾ, ਪਤਾ ਨਹੀਂ ਲੱਗਦਾ, ਪਤਾ ਕੁਝ ਨਹੀਂ ਲੱਗਦਾ ਹੁੰਦਾ ਵੀ ਕੀ ਸੁਣਿਆ, ਕੀ ਆਇਆ ਹੈ। ਤੇ ਫਿਰ ਹੈ ਪੰਜਵੀਂ ਸਿਮਰਤੀਆਂ ਪਿਛਲੀਆਂ ਯਾਦਾਂ। ਇੱਥੇ ਕਵੀ ਜੀ ਕਹਿੰਦਾ ਵੀ ਇਸ ਤਰ੍ਹਾਂ ਨਹੀਂ ਵੀ ਉਹਨਾਂ ਦੀਆਂ ਮਨ ਦੀਆਂ ਬਿਰਤੀਆਂ ਇੱਧਰ ਉੱਧਰ ਫਿਰਦੀਆਂ ਸੀ। ਕਹਿੰਦੇ ਚਿੱਤ ਦੀ ਬਿਰਤੀ ਨੂੰ ਉਹਨਾਂ ਨੂੰ ਨਾਮ ਬਣਾਇਆ ਸੀ, ਨਾਮ ਵਿੱਚ ਹੀ ਉਹਨਾਂ ਦੀ ਚਿੱਤ ਬਿਰਤੀ ਅੱਠੇ ਪੈਰ ਲੱਗੀ ਰਹਿੰਦੀ ਸੀ। ਸੰਤਨ ਸੋਹਿਤ ਆਤ। ਫਿਰ ਜਿਹੜੇ ਕੋਈ ਸਵਾਸ ਸਿਮਰਨ ਕਰਨ ਵਾਲੇ ਸੰਤ ਹੈ, ਜਿਨ੍ਹਾਂ ਸਾਸ ਗਿਰਾਸ ਨਾ ਬਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਇਹੋ ਜਿਹੇ ਸੰਤਾਂ ਨਾਲ ਜਿਨ੍ਹਾਂ ਦਾ ਕਹਿੰਦੇ ਬਹੁਤਾ ਹਿੱਤ ਸੀ, ਬਹੁਤਾ ਪ੍ਰੇਮ ਸੀ। ਅਜੋਕੇ ਸਮੇਂ ਦੇ ਜਿਹੜੇ ਆ ਵਿਦਵਾਨ ਜੇ ਨਾ ਪੜ੍ਹੇ ਲਿਖੇ ਹੈ, ਇਹ ਤਾਂ ਦੇਖ ਲਓ ਗੁਰਬਾਣੀ ਵਿੱਚ ਥਾਂ ਥਾਂ ਉਹ ਜਿਹੜੇ ਕੋਈ ਸਿਮਰਨ ਕਰਨ ਵਾਲੇ ਉਹਨਾਂ ਦੀ ਮਹਿਮਾ ਲਿਖੀ, ਉਹਨਾਂ ਨੂੰ ਸੰਤ ਕਿਹਾ, ਗੁਰਮੁਖ ਕਿਹਾ, ਭਗਤ ਕਿਹਾ, ਸਾਧ ਕਿਹਾ ਹੈ, ਸੁਜਨ ਕਿਹਾ ਹੈ, ਬ੍ਰਹਮ ਗਿਆਨੀ, ਤਤਵੇਤੇ, ਜੀਵਨ ਮੁਕਤ ਕਿਹਾ ਗਿਆ। ਇਹ ਕਹਿਣਗੇ ਇਹ ਤਾਂ ਕੋਈ ਅਜੇ ਸਮੇਂ ਹੁੰਦਾ ਹੀ ਨਹੀਂ, ਇਹਦੇ ਨਹੀਂ ਹੈ। ਔਰ ਇਹਨਾਂ ਨਾਲ ਪ੍ਰੇਮ ਤਾਂ ਕਰਨਾ ਕਿਧਰ ਰਹਿ ਗਿਆ, ਵੈਰ ਭਾਵ ਜ਼ਰੂਰ, ਤਰਕ ਵਿਤਰਕ ਜ਼ਰੂਰ ਕਰਦੇ ਆ। ਇਹਦੇ ਕਹਿੰਦੇ ਖਾਲਸਾ ਜੀ ਜਾਗੋ, ਸੰਤ ਬਾਬੇ ਤਿਆਗੋ, ਇਹੋ ਜਿਹੇ ਇਹਨਾਂ ਦੇ ਸਿਆਰ ਲਏ ਤੇ ਆਨੰਦਪੁਰ। ਮੈਂ ਵੀ ਸੰਤ ਬਾਬਾ ਬੁੱਢਾ ਸਾਹਿਬ ਜੀ ਸੀ, ਉਹਨਾਂ ਨੂੰ ਵੀ ਤਿਆਗ ਦਿਓ। ਤੇ ਇਸ ਤਰ੍ਹਾਂ ਜਿਹੜੇ ਕੋਈ
ਬਾਬਾ ਬੁੱਢਾ ਸਾਹਿਬ ਨੂੰ ਬਜ਼ੁਰਗ ਵੀ ਕਹਿੰਦੇ ਸੀ, ਬਾਬਾ ਗੁਰਦਿੱਤਾ ਵੀ ਬਾਬਾ ਸੀ, ਬਾਬਾ ਜਾਹਰ ਪੀਰ ਜਗਤ ਗੁਰੂ ਬਾਬਾ ਵੀ ਸੀਗੇ। ਵੀ ਇਹ ਤੁਸੀਂ ਛੱਡ ਦਿਓ ਖਾਲਸਾ ਜੀ, ਕਹਿੰਦੇ ਜਾਗ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਕਥਨੀਆਂ ਇਸ਼ਤਿਹਾਰਬਾਜ਼ੀ ਵੀ ਤਰਕ ਵਿਤਰਕ ਹੈ। ਪਰ ਭਾਈ ਸੰਤ ਸਿੰਘ ਜੀ ਜਿਹੜੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੀ ਸੇਵਾ ਕਰਨ ਵਾਲੇ ਹੈਡ ਗ੍ਰੰਥੀ ਸੀ, ਕਹਿੰਦੇ ਉਹਨਾਂ ਦਾ ਜਿਹੜਾ ਕੰਮ ਸੰਤਨ ਸੋ ਹਿਤ ਅਤ, ਜਿਹੜੇ ਸਿਮਰਨ ਵਾਲੇ ਉਹਨਾਂ ਨਾਲ ਬਹੁਤ ਹੀ ਹਿਤ ਕਰਦੇ ਸਨ, ਪ੍ਰੇਮ ਕਰਦੇ ਸਨ। ਉਹ ਸੰਤ ਸਿੰਘ ਨਾਮ ਹੈ। ਤੇ ਜਿਨ੍ਹਾਂ ਦਾ ਨਾਮ ਭਾਈ ਸੰਤ ਸਿੰਘ ਸੀ, ਇਹ ਭਾਈ ਰਾਮ ਸਿੰਘ ਜੀ ਦੇ ਪੋਤਰੇ ਸਨ। ਸੰਤ ਸਿੰਘ ਜੀ ਭਾਈ ਰਾਮ ਸਿੰਘ ਜੀ ਚਨੋਟ ਪਿੰਡ ਦੇ ਵਾਸੀ ਸਨ ਤੇ ਅੰਮ੍ਰਿਤ ਛਕ ਕੇ ਫਿਰ ਇਹਨਾਂ ਦਾ ਨਾਮ ਪਹਿਲਾਂ ਰਾਮਚੰਦ ਸੀ, ਫਿਰ ਰਾਮ ਸਿੰਘ ਹੋਇਆ। ਫਿਰ ਇਹ ਰਾਮ ਸਿੰਘ ਸਜ ਕੇ ਤੇ ਗੁਰਮਤਿ ਦਾ ਪ੍ਰਚਾਰ ਕਰਨ ਲੱਗ ਪਏ ਸਨ। ਪ੍ਰਭਾਵ ਜਿਹੜਾ ਪ੍ਰਚਾਰ ਦਾ ਇੰਨਾ ਪਿਆ ਇਹਨਾਂ ਦਾ, ਜਿਹੜਾ ਮੁਲਤਾਨ ਦਾ ਹਾਕਮ ਸੀ ਉਹ ਖਿਝ ਗਿਆ, ਖੁਣਸ ਖਾਣ ਲੱਗ ਗਿਆ ਵੀ ਇਹ ਤਾਂ ਇਉਂ ਦਿਸਦਾ ਵੀ ਜੇ ਭਾਈ ਰਾਮ ਸਿੰਘ ਜੀ ਇੱਧਰ ਉੱਧਰ ਵਿਚਰ ਕੇ ਕਥਾ ਵਿਆਖਿਆ ਪ੍ਰਚਾਰ ਕਰਦੇ ਰਹੇ, ਬਹੁਤੇ ਲੋਕ ਅੰਮ੍ਰਿਤਧਾਰੀ ਬਣ ਜਾਣਗੇ, ਇਹ ਤਾਂ ਖੰਡੇ ਕਿਰਪਾਨਾਂ ਚੱਕ ਲੈਣਗੇ, ਸਾਡਾ ਰਾਜ ਭਾਗ ਨੂੰ ਖਤਰਾ ਹੋਊਗਾ। ਇਸ ਤਰ੍ਹਾਂ ਫਿਰ ਖੁਣਸ ਖਾਣ ਲੱਗ ਪਿਆ ਵੀ ਇਹਨੂੰ ਸੰਭਾਲੀਏ, ਇਹਨੂੰ ਮਾਰੀਏ, ਮੁਕਾਈਏ। ਜਦੋਂ ਭਾਈ ਰਾਮ ਸਿੰਘ ਨੂੰ ਪਤਾ ਲੱਗਿਆ ਵੀ ਇਹ ਸਾਡੇ ਗੁਰਮਤਿ ਪ੍ਰਚਾਰ ਤੋਂ ਮੁਲਤਾਨ ਦਾ ਹਾਕਮ ਔਖਾ ਹੈ, ਵੀ ਹੋਰ ਹੀ ਨਾ ਕੋਈ ਭਾਣਾ ਵਰਤਾ ਦੇਵੇ, ਫਿਰ ਉਹ ਆਪਣਾ ਨਗਰ ਉਹਦੇ ਨੂੰ ਛੱਡ ਕੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਸਨ। ਭਾਈ ਰਾਮ ਸਿੰਘ ਜੀ ਇੱਥੇ ਰਹਿਣ ਲੱਗ ਪਏ। ਫਿਰ ਇੱਥੇ ਇਹਨਾਂ ਦੇ ਘਰ ਦੇ ਵਿੱਚ ਉਹ ਸੂਰਤ ਸਿੰਘ ਨਾਮ ਦੇ ਪੁੱਤਰ ਨੇ ਜਨਮ ਲਿਆ। ਉਹ ਜਦੋਂ ਵੱਡਾ ਹੋਇਆ ਫਿਰ ਉਹ ਮੁਲਤਾਨ ਦਾ ਜਿਹੜਾ ਹਾਕਮ ਸੀ ਉਹਨੇ ਪ੍ਰੇਰ ਕੇ ਆਪਣੀ ਫੌਜ ਵਿੱਚ ਇਹਨੂੰ ਭਰਤੀ ਕਰ ਲਿਆ। ਮਤਲਬ ਸੀ ਵੀ ਜਿਹੜਾ ਪੁੱਤਰ ਹੈ ਵੀ ਜਦੋਂ ਮੇਰੇ ਨੇੜੇ ਤੇੜੇ ਰਹੂਗਾ ਫਿਰ ਉਹ ਪਿਓ ਵਾਂਗੂ ਨਹੀਂ ਸਿੱਖੀ ਦਾ ਪ੍ਰਚਾਰ ਕਰੂਗਾ, ਮੇਰਾ ਨੌਕਰ ਹੋਊ। ਇਸ ਤਰ੍ਹਾਂ ਇਹ ਕੁਝ ਨਹੀਂ ਕਰ ਸਕਿਆ। 420 ਦੇ ਨਾਲ ਆਪਣੀ ਫੌਜ ਵਿੱਚ ਭਰਤੀ ਕਰਾ ਲਿਆ, ਆਪਣੇ ਨੇੜੇ ਰੱਖ ਲਿਆ। ਪਰ ਇੱਧਰ ਜਿਹੜਾ ਸਿੱਖ ਦਾ ਬੱਚਾ ਹੈ ਉਹਨੇ ਅਖੀਰੀ ਹੁਣ ਕਾਵਾਂ ਵੀ ਥੋੜ੍ਹਾ ਰੱਖਣਾ, ਕੋਲ ਦੇ ਬੱਚੇ ਨੇ ਤਾਂ ਕੋਲ ਵਿੱਚ ਹੀ ਆਉਣਾ। ਉਹ ਬਹੁਤਾ ਕੋਈ ਪ੍ਰਭਾਵ ਨਹੀਂ ਹੋਇਆ। ਜਦੋਂ ਇਹ ਭਾਈ ਰਾਮਚੰਦ ਜੀ ਚੜ੍ਹਾਈ ਕਰ ਗਏ ਤੇ ਉਸ ਵੇਲੇ ਫਿਰ ਇਹਨਾਂ ਦੇ ਜਿਹੜੇ ਪੁੱਤਰ ਸਨ ਉਹ ਇਹ ਫੌਜ ਉਹਦੇ ਕੋਲੋਂ ਨੌਕਰੀ ਛੱਡ ਕੇ ਇਹ ਆ ਗਏ, ਅੰਮ੍ਰਿਤ ਛਕ ਲਿਆ, ਸਿੰਘ ਸਜ ਗਏ, ਫਿਰ ਇਹ ਗੁਰਮਤਿ ਦੇ ਪ੍ਰਚਾਰ ਕਰਨ ਵਿੱਚ ਡਟ ਗਏ। ਫਿਰ ਇਹਨਾਂ ਨਾਲ ਵੀ ਉਹ ਖੁਣਸ ਖਾਣ ਲੱਗਿਆ, ਖਿਰਿਆ। ਇਹ ਵੀ ਆਪਣੇ ਪਿਤਾ ਵਾਂਗ ਹੀ ਉੱਧਰੋਂ ਸਾਰਾ ਕੋਈ ਪਿੰਡੋਂ ਚੁੱਕ ਚੁਕਾ ਕੇ ਪੱਕੇ ਤੌਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਵਸੇ। ਇਉਂ ਇੱਥੋਂ ਦੇ ਵਾਸੀ ਬਣ ਗਏ। ਇਹ ਭਾਈ ਸੂਰਤ ਸਿੰਘ ਦੇ ਘਰ ਦੇ ਵਿੱਚ 2 ਪੁੱਤਰ ਪੈਦਾ ਹੋਏ। ਵੱਡੇ ਦਾ ਨਾਮ ਸੀ ਭਾਈ ਗੁਰਦਾਸ ਸਿੰਘ ਤੇ ਛੋਟੇ ਪੁੱਤਰ ਦਾ ਨਾਮ ਸੀ ਭਾਈ ਸੰਤ ਸਿੰਘ। ਜਿਹੜੇ ਭਾਈ ਸੰਤ ਸਿੰਘ ਜੀ ਸਨ ਉਹ ਫਿਰ ਇੱਥੇ ਅੰਮ੍ਰਿਤਸਰ ਵਿੱਚ ਹੀ ਰਹਿੰਦੇ ਆ। ਇਹਨਾਂ ਨੇ ਗੁਰਮਤਿ ਦੀ ਵਿਦਿਆ ਪੜ੍ਹਾਈ। ਫਿਰ ਇਸ ਤਰ੍ਹਾਂ ਇਹ ਸੂਰਤ ਸਿੰਘ ਜੀ ਹੁਣ ਆਪਣੇ ਪਿਤਾ ਵਾਂਗ ਦਰਬਾਰ ਸਾਹਿਬ ਦੀ ਸੇਵਾ ਕਰਨ ਵਾਲੇ ਸੀ ਤੇ ਇਹਨਾਂ ਦੇ ਅੱਗੇ ਪੁੱਤਰ ਭਾਈ ਸੰਤ ਸਿੰਘ ਜੀ ਵੀ ਇੱਥੇ ਨਿਯਤ ਹੋ ਗਏ। ਇਉਂ ਇਹ ਭਾਈ ਸੰਤ ਸਿੰਘ ਜੀ ਜਿਨ੍ਹਾਂ ਦੇ ਪਿਓ ਦਾ ਨਾਮ ਸੂਰਤ ਸਿੰਘ ਹੈ ਤੇ ਦਾਦੇ ਦਾ ਨਾਮ ਭਾਈ ਰਾਮ ਸਿੰਘ ਹੈ, ਉਹਨਾਂ ਦੇ ਸੰਬੰਧ ਵਿੱਚ ਕਵੀ ਕਹਿ ਰਿਹਾ ਵੀ ਜਿਨ੍ਹਾਂ ਦਾ ਨਾਮ ਭਾਈ ਸੰਤ ਸਿੰਘ ਹੈ ਉਹ ਸੰਤਾਂ ਨਾਲ ਹਿਤ ਕਰਨ ਵਾਲੇ, ਚੇਤੀ ਬਿਰਤੀ ਨੂੰ ਨਾਮ ਵਿੱਚ ਜੋੜਨ ਵਾਲੇ,
ਹਮੇਸ਼ਾ ਭਗਤੀ ਵਿੱਚ ਪ੍ਰੀਤੀ ਕਰਨ ਵਾਲੇ ਹੈ। ਸੁਜਨ ਦਿਆਲ ਧੀਰ ਧਰਮ ਵਿਸਾਲ ਧਰ। ਇਹ ਜਿਹੜੇ ਸਾਡੇ ਉਸਤਾਦ ਹੈ, ਵਿਦਿਆ ਦਾਤੇ ਹੈ, ਉਹ ਸੁਜਾਨ ਹੈ। ਕਹਿੰਦੇ ਚੰਗੇ ਭਲੇ ਪੁਰਸ਼ ਸਨ। ਇੱਕ ਤਾਂ ਹੁੰਦੇ ਨਾ ਮਾੜੇ ਪੁਰਸ਼, ਮਾੜਾ ਸੋਚਣ ਵਾਲੇ, ਮਾੜਾ ਕਰਨ ਵਾਲੇ। ਇੱਕ ਜਿਹੜੇ ਚੰਗੇ ਨੇਕ ਪੁਰਸ਼, ਚੰਗੇ ਖਿਆਲਾਂ ਵਾਲੇ। ਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗੀ ਪੱਲੇ, ਸਭ ਕੁਛ ਪਾਏ, ਇਸ ਤਰ੍ਹਾਂ ਦਾ ਸੋਚਣ ਵਾਲੇ। ਉਹ ਕਹਿੰਦੇ ਚੰਗੇ ਸੁਜਾਨ। ਫਿਰ ਸੁਭਾਅ ਦੇ ਦਿਆਲੂ, ਕਿਰਪਾਲੂ, ਰਹਿਮ ਦਿਲ ਤੇ ਬੜੇ ਧੀਰ ਧਾਰੀ। ਧਰਮ ਵਿਸਾਲ ਧਾਰ। ਜਿਹੜਾ ਸਭ ਤੋਂ ਵੱਡਾ ਧਰਮ ਹੈ ਉਹ ਕੀ ਹੈ? ਸਿੱਖੀ ਧਰਮ, ਖਾਲਸਾ ਪੰਥ, ਕੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ੇ ਚੜ੍ਹਨਾ। ਇਸ ਤਰ੍ਹਾਂ ਸਭ ਤੋਂ ਵੱਡਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿੱਖੀ ਧਰਮ ਹੈ, ਉਹਨੂੰ ਮੇਰੇ ਵਿਦਿਆ ਦਾਤੇ ਧਾਰਨ ਵਾਲੇ ਸਿੱਖੀ ਧਰਮ ਵਿੱਚ ਪੱਕੇ ਹੈ। ਜਾਸ ਬੈਸ ਬਾਲ ਹੂੰ ਤੇ ਭਜਨ ਸੋ ਕਾਮ ਹੈ। ਜਿਸ ਮੇਰੇ ਉਸਤਾਦ ਦਾ, ਵਿਦਿਆ ਦਾਤੇ ਦਾ, ਕਹਿੰਦੇ ਬਾਲਕ ਉਮਰਾਂ ਤੋਂ ਲੈ ਕੇ ਭਜਨ ਸਿਮਰਨ ਦਾ ਕਹਿੰਦੇ ਮੁੱਖ ਕੰਮ ਹੈ। ਕਿਉਂਕਿ ਜਦੋਂ ਹੁਣ ਪਿਤਾ ਸੂਰਤ ਸਿੰਘ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਦਾ ਖੈੜ ਗ੍ਰੰਥੀ ਹੈ, ਉਹ ਤੜਕੇ ਉੱਠ ਕੇ ਭਜਨ ਸਿਮਰਨ ਕਰਦਾ, ਉਹ ਨਿਤਨੇਮ ਕਰਦਾ, ਤੇ ਪੁੱਤਰ ਤੇ ਪ੍ਰਭਾਵ ਪੈਣਾ ਹੀ ਪੈਣਾ। ਇਸ ਤਰ੍ਹਾਂ ਕਹਿੰਦੇ ਜਿਨ੍ਹਾਂ ਦਾ ਜਿਹੜਾ ਕੰਮ ਹੈ ਨਾ, ਕਹਿੰਦੇ ਬਾਲਕ ਉਮਰਾਂ ਤੋਂ ਲੈ ਕੇ ਸਿਮਰਨ ਦਾ ਨਾਮ ਦੇਈਏ। ਇਸ ਤਰ੍ਹਾਂ ਬਾਲਕ ਪੁਣੇ ਤੋਂ ਧਰੂ ਵਾਂਗੂ ਹੀ, ਪ੍ਰੀਤ ਵਾਂਗੂ ਹੀ ਬਾਲਕ ਉਮਰਾਂ ਤੋਂ ਭਜਨ ਕਰਨ ਲੱਗ ਪਏ ਸਨ। ਜਾ ਕੇ ਚਰਨ ਨੋਦਕ ਕੀ ਬੂੰਦ ਮੈਂ ਬਦਨ ਪਾਏ। ਕਹਿੰਦੇ ਐਸੇ ਜੋ ਮੇਰੇ ਵਿਦਿਆ ਦਾਤੇ, ਉਹਨਾਂ ਦੇ ਚਰਨਾਂ ਦੀ ਜਿਹੜੀ ਪਾਣੀ ਦੀ ਬੂੰਦ ਹੈ, ਉਹਦੇ ਵਿੱਚ ਮੈਂ ਬੂੰਦ ਪਾ ਕੇ, ਬਦਮੁਖ ਪਾ ਕੇ। ਆਓ ਇਹ ਨਹੀਂ ਵੀ ਉਹਨਾਂ ਦੀ ਚਰਨਾਂ ਦੀ ਬੂੰਦ ਚਰਨਾਮਤ ਮੈਂ ਲਿਆ, ਕਿਉਂਕਿ ਆਪ ਤਾਂ ਸਿੰਘ ਸਜੇ ਸੀ। ਇੱਥੇ ਹੈ ਵੀ ਚਰਨਾਂ ਦੀ ਪ੍ਰੀਤੀ ਰੂਪੀ ਜਿਹੜੀ ਬੂੰਦ ਹੈ, ਉਹਨਾਂ ਦੇ ਚਰਨਾਂ ਦੀ ਪ੍ਰੀਤੀ ਕਰਨੀ, ਇਹੀ ਬੂੰਦ ਹੈ। ਇਹ ਪਾ ਕੇ ਆਪਣੇ ਮੁੱਖ ਵਿੱਚ ਭਾਵ ਉਹਨਾਂ ਦੇ ਚਰਨਾਂ ਦੀ ਪ੍ਰੀਤੀ ਦੇ ਦਰਸ਼ਨ ਕਰਕੇ, ਚਰਨਾਂ ਨਾਲ ਪ੍ਰੀਤੀ ਕਰਕੇ। ਸੁਮਤ ਸਦਨ ਭਇਓ ਕਦਨ ਵਿਰਾਮ ਹੈ। ਮੈਂ ਜਿਹੜਾ ਕਵੀ ਹੈ, ਸ੍ਰੇਸ਼ਟ ਮਤ ਦਾ ਘਰ ਬਣ ਗਿਆ ਹਾਂ, ਔਰ ਮੈਂ ਬਹੁਤ ਸਿਆਣਾ ਬਣ ਗਿਆ ਹਾਂ, ਤੇ ਜਿਹੜਾ ਆਰਾਮ ਹੈ ਉਹ ਮੈਂ ਕੱਟਣ ਵਾਲਾ ਹੋ ਗਿਆ। ਮੈਂ ਅਣਥੱਕ ਹੋ ਗਿਆ ਹਾਂ। ਆਮ ਮਨੁੱਖ ਕਰਦਾ ਕਰਦਾ ਥੱਕ ਜਾਂਦਾ ਹੈ ਨਾ, ਤੇ ਕਹਿੰਦੇ ਮੈਂ ਇਸ ਤਰ੍ਹਾਂ ਉਹਨਾਂ ਦੇ ਚਰਨਾਂ ਦੀ ਪ੍ਰੀਤੀ ਦੀ ਬੂੰਦ ਮੂੰਹ ਪਾ ਕੇ, ਉਹਨਾਂ ਦੇ ਦਰਸ਼ਨ ਕਰਕੇ ਸ੍ਰੇਸ਼ਟ ਮਤ ਦਾ ਘਰ ਬਣ ਗਿਆ ਹਾਂ। ਫਿਰ ਮੈਂ ਆਲਸੀ ਦਰਿਦਰੀ ਨਹੀਂ ਰਿਹਾ ਹਾਂ ਕਿ ਕਰ ਕਰਾ ਕੇ ਕੁਝ ਫਿਰ ਮੈਂ ਦਲਦਰ ਕਰਾਂ, ਥੱਕ ਜਾਵਾਂ। ਕਹਿੰਦੇ ਆਰਾਮ ਨੂੰ ਮੈਂ ਕੱਟਣ ਵਾਲਾ, ਵਿਰਾਮਤਾਈ ਨੂੰ ਮੈਂ ਕੱਟਣ ਵਾਲਾ ਹੋ ਗਿਆ। ਮੈਂ ਅਣਥੱਕ ਹੋ ਗਿਆ, ਅਣਥੱਕ ਮਿਹਨਤ ਕਰਨ ਵਾਲਾ ਬਣ ਗਿਆ ਹਾਂ। ਇਹ ਉਹਨਾਂ ਦੇ ਜਿਹੜੇ ਕੋਈ ਧਾਰਮਿਕ ਪੁਸਤਕ ਹੈ, ਉਹ ਤੋਂ ਹੀ ਪਤਾ ਚੱਲਦਾ ਕਿ ਕਿੰਨੇ ਉਹਨਾਂ ਨੇ ਗ੍ਰੰਥ ਰਚੇ। ਵਾਲਮੀਕੀ ਜਿਹੜੀ ਰਮਾਇਣ ਆ, ਉਹਦਾ ਉਲੱਥਾ ਕਵੀ ਜੀ ਨੇ ਕੀਤਾ ਹੈ। ਨਾਮ ਕੋਸ਼ ਦਾ ਇੱਕ ਕੋਸ਼ ਰਚਿਆ ਹੈ। ਆਤਮ ਪੁਰਾਣ ਦਾ ਉਲੱਥਾ। ਇਸ ਤਰ੍ਹਾਂ ਹੀ ਜਪਜੀ ਸਾਹਿਬ ਜੀ ਦਾ ਟੀਕਾ ਕੀਤਾ, ਜਿਹਦਾ ਨਾਮ ਹੈ ਗਰਭ ਗੰਜਨੀ, ਜਿਹਨੂੰ ਪੜ੍ਹ ਕੇ ਮਨੁੱਖ ਦਾ, ਵਿਦਵਾਨਾਂ ਦਾ ਹੰਕਾਰ ਨਾਸ ਹੋ ਜਾਂਦਾ ਹੈ। ਕਿਉਂਕਿ ਤਰ੍ਹਾਂ ਤਰ੍ਹਾਂ ਦੇ ਜਿਹੜੇ ਅਲੰਕਾਰ ਹੈ, ਉਹ ਕਵੀ ਜੀ ਨੇ ਉਹ ਗਰਭ ਗੰਜਨੀ ਟੀਕਾ ਵਿੱਚ ਦਿਖਾਏ ਹੈ। ਜਿਹਨੂੰ ਪੜ੍ਹਿਆ ਹੋਇਆ ਬੜੇ ਬੜੇ ਵਿਦਵਾਨਾਂ ਦਾ ਹੰਕਾਰ ਵਿਦਵਤਾ ਦਾ ਟੁੱਟ ਸਕਦਾ, ਟੁੱਟ ਜਾਂਦਾ ਵੀ ਇਹੋ ਜਿਹੀ ਵਿਦਵਤਾ ਜਿਹੋ ਜਿਹੀ ਕਵੀ ਜੀ ਦੀ ਹੈ। ਮੇਰੇ ਅੰਦਰ ਨਹੀਂ, ਮੈਂ ਨਹੀਂ ਇਹੋ ਜਿਹਾ ਵਿਦਵਾਨ ਹਾਂ। ਉਹ ਇਸ ਤਰ੍ਹਾਂ ਉਹਨਾਂ ਦੇ ਗ੍ਰੰਥਾਂ ਤੋਂ ਹੁਣ ਆਹ 14 ਪੋਥੀਆਂ ਇਤਿਹਾਸ ਦੀਆਂ, ਇਹ ਅਣਥੱਕੀ ਮਿਹਨਤ ਹੈ।
ਵੀ ਇੱਕ ਗ੍ਰੰਥੀ ਲਿਖਣਾ ਔਖਾ ਹੁੰਦਾ ਤੇ ਜਿੱਥੇ 14 ਪੋਥੀਆਂ ਲਿਖੀਆਂ ਪਈਆਂ, ਫਿਰ ਆਤਮ ਪੁਰਾਣ, ਰਮਾਇਣ ਕਿੱਡੀ ਵੱਡੀ, ਉਹਦਾ ਉਲੱਥਾ ਸਾਰੀ ਦਾ ਛੰਦਾਬੰਦੀ ਵਿੱਚ ਆਤਮ ਪੁਰਾਣ ਦਾ ਲੱਥਾ ਕੋਸ਼ ਲਿਖ ਦੇਣਾ, ਜਪਜੀ ਸਾਹਿਬ ਦਾ ਬਹੁਤ ਵੱਡਾ ਖੁਲਾਸੇ ਵਿਸਤਾਰ ਵਾਲਾ ਟੀਕਾ ਲਿਖ ਦੇਣਾ। ਉਹ ਕਹਿੰਦੇ ਮੈਂ ਸ੍ਰੇਸ਼ਟ ਮਤ ਦਾ ਘਰ ਹੋ ਗਿਆ ਤੇ ਅਨਥਕ ਮਿਹਨਤ ਕਰਨ ਵਾਲਾ ਮੈਂ ਬਣ ਗਿਆ ਹਾਂ ਕਵੀ। ਤਾਂ ਕਿ ਅਰਬਿੰਦ ਪਦ ਸੁੰਦਰ ਮੁਕੰਦ ਦੁੰਦ। ਕਵੀ ਸੰਤਾਖ ਸਿੰਘ ਸਾਹਿਬ ਜੀ ਕਹਿੰਦੇ ਐਸੇ ਜਿਹੜੇ ਮਿੱਧਿਆ ਦਾਤੇ ਭਾਈ ਸਿੰਘ ਹੈ, ਉਹਨਾਂ ਦੇ ਜਿਹੜੇ ਕਵਲਾਂ ਵਰਗੇ ਚਰਨ ਹੈ ਬਹੁਤ ਹੀ ਸੁੰਦਰ, ਤੇ ਦੋਵੇਂ ਅਰਥ ਵਾਸਤੇ ਜਿਹੜਾ ਦੁੰਦ ਪਦ ਹੈ ਉਹ ਅਰਬਿੰਦ ਨਾਲ ਲਾਣਾ, ਦੁੰਦ ਅਰਬਿੰਦ ਪਦ, ਦੋਵੇਂ ਜਿਹੜੇ ਚਰਨ ਹੈ ਕਮਲਾਂ ਵਰਗੇ, ਜੋ ਮੁਕਤੀ ਦਾਤਾ ਵੀ ਹਨ, ਆਜ਼ਾਦੀ ਸੁਤੰਤਰਤਾ ਬਖਸ਼ਣ ਵਾਲੇ ਹਨ। ਬੰਦ ਕਰ ਬੰਦਨਾ ਸਦਾ ਮੈਂ ਸੁਖ ਧਾਮ ਹੈ। ਮੈਂ ਨਮਸਕਾਰ ਕਰਦਾ ਹਾਂ ਤੇ ਨਮਸਕਾਰ ਕਰਕੇ ਉਹਨਾਂ ਨੇ ਚਰਨਾਂ ਨੂੰ ਮੈਂ ਸੁਖਾਂ ਦਾ ਘਰ ਬਣ ਗਿਆ ਹਾਂ। ਮੇਰਾ ਸਾਰਾ ਸਰੀਰ ਘਰ ਹੀ ਬਣ ਗਿਆ ਸੁਖਾਂ ਦਾ। ਇੱਕ ਤਾਂ ਹੈ ਨਾ ਦੁੱਖੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ, ਦੁੱਖ ਵਿੱਚ ਜਿਉ ਜਲਾਇਆ ਦੁੱਖ ਵਿੱਚ ਚਲਿਆ ਰੋਏ। ਵੀ ਇੱਕ ਦੁੱਖ ਦੀਆਂ ਪੰਡਾਂ ਖੁੱਲੀਆਂ ਪਈਆਂ, ਇੱਕ ਮੱਝ ਪਰ ਦੁੱਖ ਵਧੋਕ, ਇੱਕ ਦੁੱਖ ਗਿਆ ਉਹਦੇ ਵਿੱਚ ਹੋਰ ਦੁੱਖ ਖੜਾ, ਰੋਗਾਂ ਵਿੱਚ ਹੋਰ ਰੋਗ ਲੱਗਣੇ, 36 ਰੋਗ 36 ਦੁੱਖ ਖੜੇ ਹੋ ਜਾਣੇ। ਇੱਕ ਹੈ ਸੁਖਾਂ ਦਾ ਘਰ ਬਣ ਜਾਣਾ। ਕਈ ਕਹਿੰਦਾ ਐਸੇ ਉਸਤਾਦ ਤੋਂ ਗੁਰਮਤਿ ਦੀ ਵਿਦਿਆ ਪੜ੍ਹ ਕੇ, ਮੱਥਾ ਟੇਕ ਕੇ, ਬਖਸ਼ਿਸ਼ ਪ੍ਰਾਪਤ ਕਰਕੇ ਮੈਂ ਸਦਾ ਸੁਖਾਂ ਦਾ ਘਰ ਬਣ ਗਿਆ ਹਾਂ। ਮੈਨੂੰ ਸਭ ਤਰ੍ਹਾਂ ਦੇ ਜਿਹੜੇ ਸੁੱਖ ਹੈ ਪ੍ਰਾਪਤ ਹੋ ਗਏ। ਦੁੰਦ ਦਾ ਅਰਥ ਉਹ ਦੋ ਹੁੰਦਾ, ਤੇ ਜੇ ਕਰ ਬੰਦਨਾ ਦੁੰਦ ਅਰਥ ਲਾ ਲਈਏ ਦੋਵੇਂ ਹੱਥ ਜੋੜ ਕੇ ਦੋਵੇਂ ਚਰਨਾਂ ਤੇ ਮੈਂ ਨਮਸਕਾਰ ਕਰਦਾ ਹਾਂ। ਦੋਹਰਾ ਵਾਹਿਗੁਰੂ ਸਤਨਾਮ ਕੋ। ਹੁਣ ਇਸ ਤਰ੍ਹਾਂ ਜੋ ਅੰਮ੍ਰਿਤ ਛਕਣ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਨੂੰ ਗੁਰ ਮੰਤਰ ਮਿਲਿਆ, ਵਾਹਿਗੁਰੂ ਨਾਮ ਮਿਲਿਆ ਹੈ, ਜੋ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਕਿੱਥੇ ਗਏ ਵਾਹਿਗੁਰੂ ਗੁਰ ਮੰਤਰ ਸੁਣਾਇਆ, ਗੁਰਸਿੱਖਾਂ ਨੂੰ ਚਰਨ ਧੋਏ ਸਰਾਸ ਕਰ ਗੁਰਸਿੱਖਾ ਅੰਮ੍ਰਿਤ ਪੀ ਲਾਇਆ। ਉਹ ਵਾਹਿਗੁਰੂ ਨਾਮ ਦੀ ਮਹਿਮਾ ਕਵੀ ਜੀ ਹੁਣ ਸ਼ੁਰੂ ਕਰ ਰਹੇ ਹੈ ਕਿ ਭਾਈ ਜਿਹੜਾ ਵਾਹਿਗੁਰੂ ਸੱਚਾ ਨਾਮ ਹੈ, ਬੰਦਨ ਬਾਰੰਬਾਰ। ਮੈਂ ਕਵੀ ਸੰਤੋਖ ਸਿੰਘ ਵਾਹਿਗੁਰੂ ਜੋ ਸੱਚਾ ਨਾਮ ਹੈ ਉਸਨੂੰ ਬਾਰ-ਬਾਰ ਮੁੜ ਕੇ ਨਮਸਕਾਰਾਂ ਕਰਦਾ, ਭਾਵ ਮੱਥੇ ਟੇਕਦਾ ਹਾਂ ਵਾਹਿਗੁਰੂ ਨਾਮ ਨੂੰ। ਬੰਦ ਨਿਕੰਦਨ ਸੁਖ ਸਦਨ। ਕਿਉਂਕਿ ਜਿਹੜਾ ਵਾਹਿਗੁਰੂ ਨਾਮ ਹੈ ਤਰ੍ਹਾਂ ਤਰ੍ਹਾਂ ਦੇ ਜਿਹੜੇ ਮੋਹ ਮਮਤਾ ਦੇ ਬੰਧਨ ਉਹਨਾਂ ਨੂੰ ਕੱਟਣ ਵਾਲਾ ਹੈ, ਤੇ ਵਾਹਿਗੁਰੂ ਨਾਮ ਸੁਖਾਂ ਦਾ ਘਰ ਹੈ। ਦੁਖ ਮਰਦਨ ਨਿਰਤਾਰ। ਮੈਂ ਤਾਂ ਐਸੇ ਨਿਰਣੇ ਕੀਤਾ, ਨਿਸ਼ਚੇ ਕੀਤਾ ਵੀ ਸਾਰੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਦੁੱਖ ਹੈ ਉਹਨਾਂ ਨੂੰ ਇਹ ਵਾਹਿਗੁਰੂ ਨਾਮ ਮਲ ਸਿੱਟਣ ਦੇਣ ਵਾਲਾ ਹੈ, ਮਲ ਦੇਣ ਵਾਲਾ ਹੈ। ਚੌਪਈ ਵਾਹਿਗੁਰੂ ਬਰ ਸੁੰਦਰ ਨਾਮੋ। ਇਹ ਕਹਿੰਦੇ ਹੈ ਸਰੋਤਾ ਜਨੋ ਜਿਹੜਾ ਵਾਹਿਗੁਰੂ ਨਾਮ ਹੈ ਇਹ ਬਹੁਤ ਹੀ ਸ੍ਰੇਸ਼ਟ ਹੈ, ਬਹੁਤ ਹੀ ਸੁੰਦਰ ਹੈ। ਸਦਾ ਸਵਾਰੇ ਹਮਰੇ ਕੰਮ। ਇਸ ਨਾਮ ਨੇ ਤਾਂ ਸਦਾ ਹੀ ਸਾਡੇ ਜਿੰਨੇ ਕੰਮ ਸੀ ਸਾਰੇ ਸਵਾਰ ਦਿੱਤੇ ਹੈ, ਤੇ ਜਿਹੜਾ ਜਪਦਾ ਉਹਦੇ ਸਾਰੇ ਕੰਮਾਂ ਨੂੰ ਇਹ ਵਾਹਿਗੁਰੂ ਨਾਮ ਸਵਾਰ ਦਿੰਦਾ ਹੈ। ਇੱਕ ਅਵਲੰਬ ਨਾਮ ਕੋ ਜਾਨਾ। ਅਸੀਂ ਤਾਂ ਬਈ ਜਿਹੜਾ ਵਾਹਿਗੁਰੂ ਨਾਮ ਹੈ ਉਹਨੇ ਕੋਈ ਆਪਣਾ ਓਟ ਆਸਰਾ ਜਾਣਿਆ ਸਮਝਿਆ ਹੈ। ਕਲੀ ਕਾਲ ਸਮਰੱਥ ਨ ਆਨਾ। ਹੋਰ ਵੀ ਨਾਮ ਹੈਗੇ, ਹੋਰ ਵੀ ਸਾਧਨ ਹੈਗੇ ਜਲ ਧਾਰੇ ਕਰਨੇ, ਇਸੇ ਤਰ੍ਹਾਂ ਪੁੱਠੇ ਲੜਕਣਾ, ਭੁੱਖੇ ਤੇ ਆਏ ਮਰਨਾ, ਜੰਗਲਾਂ ਵਿੱਚ ਜਾ ਕੇ ਰਹਿਣਾ ਤੇ ਧੂਣੇ ਜੇ ਤਾਂ ਆਪਣੇ ਕਹਿੰਦੇ ਜਿਹੜਾ ਵਾਹਿਗੁਰੂ ਨਾਮ ਦਾ ਸਹਾਰਾ ਇਹਦੇ ਵਰਗਾ ਕਲਯੁਗ ਵਿੱਚ ਹੋਰ ਕੋਈ ਸਮਰੱਥ ਨਹੀਂ ਹੈ। ਇਹ ਸਾਰੇ ਸਾਧਨਾ ਤੋਂ ਸਾਰੇ
ਨਾਮਾਂ ਤੋਂ ਮਹਾਨ ਸ਼ਕਤੀ ਵਾਲਾ ਵਾਹਿਗੁਰੂ ਨਾਮ ਦਾ ਸਭ ਤੋਂ ਵੱਡਾ ਆਸਰਾ ਸੀ ਜਾਣਿਆ ਹੈ। ਸਦਾ ਲੋਕ ਪਰ ਲੋਕ ਸਹਾਈ। ਫਿਰ ਜਿਹੜਾ ਵਾਹਿਗੁਰੂ ਨਾਮ ਹੈ ਇਸ ਲੋਕ ਵਿੱਚ ਵੀ ਹਮੇਸ਼ਾ ਸਹਾਈ ਸਹਾਇਤਾ ਕਰਨ ਵਾਲਾ ਹੈ ਤੇ ਪਰਲੋਕ ਵਿੱਚ ਵੀ ਇਹ ਸਹਾਇਤਾ ਕਰਨ ਵਾਲਾ ਹੈ ਵਾਹਿਗੁਰੂ ਨਾਮ। ਨਾਮ ਲੈਤ ਹੀ ਬਿਘਨ ਪਰਾਈ। ਕਹਿੰਦੇ ਵਾਹਿਗੁਰੂ ਨਾਮ ਲੈਂਦਿਆਂ ਸਾਰੀ ਜਿੰਨੇ ਸਾਰੇ ਬਿਘਨ ਉੱਪਰ ਆ ਜਾਂਦੇ, ਭੱਜ ਜਾਂਦੇ, ਭਗੌੜੇ ਹੋ ਜਾਂਦੇ ਹਨ। ਹਰ ਹੈ ਕਾਲ ਕਲ ਕਲਖ ਸੋ ਦੁਖਨ। ਜਿਹੜਾ ਵਾਹਿਗੁਰੂ ਨਾਮ ਐਸਾ ਮਹਾਨ ਹੈ ਜਿੰਨੇ ਕਲ ਯੁਗ ਦੇ ਉਹ ਕਲੇਸ਼ ਹੈ ਤੇ ਕੁਲਖ ਪਾਪ ਹੈ ਉਹਨਾਂ ਨੂੰ ਕਲਯੁਗ ਦੇ ਸਮੇਂ ਦੇ ਪਾਪਾਂ ਨੂੰ ਜਿਹੜੇ ਦੂਸ਼ਣ ਹਨ, ਤਰ੍ਹਾਂ ਤਰ੍ਹਾਂ ਦੇ ਕਲੰਕ ਹੈ, ਦੋਸ਼ ਹੈ, ਉਹਨਾਂ ਨੂੰ ਸਾਰਿਆਂ ਨੂੰ ਇਹ ਹਰ ਦਿੰਦਾ ਹੈ। ਪਾਪ ਵੀ ਲਾ ਦਿੰਦਾ, ਦੋਸ਼ਾਂ ਨੂੰ ਵੀ ਕਲੰਕਾਂ ਨੂੰ ਵੀ ਖਤਮ ਕਰ ਦਿੰਦਾ ਹੈ। ਨਾਮ ਕਰਿਓ ਜਿਨ ਗਰੀਵਾ ਭੂਖਨ। ਜਿਨ੍ਹਾਂ ਨੇ ਵਾਹਿਗੁਰੂ ਨਾਮ ਨੂੰ ਆਪਣੇ ਕਹਿੰਦੇ ਗਲੇ ਦਾ ਗਹਿਣਾ ਬਣਾ ਲਿਆ, ਗਰੀਵਾ ਗਰਦਨ ਗਲਾ ਜਾਂ ਗਰੀਵਾ ਕੰਠ ਕਹੋ, ਜਿਨ੍ਹਾਂ ਨੇ ਵਾਹਿਗੁਰੂ ਨਾਮ ਨੂੰ ਆਪਣੇ ਕੰਠ ਵਿੱਚ ਧਾਰਨ ਕਰ ਰਿਹਾ, ਕਦੇ ਭੁੱਲਣ ਨਹੀਂ ਦਿੰਦੇ ਹੈ, ਹਮੇਸ਼ਾ ਵਾਹਿਗੁਰੂ ਵਾਹਿਗੁਰੂ ਆਪਣੇ ਕੰਠੋਂ ਉਚਾਰੀ ਜਾਂਦੇ ਹੈ। ਉਹਨਾਂ ਦੇ ਜਿੰਨੇ ਦੋਸ਼ ਹੈ, ਜਿੰਨੇ ਪਾਪ ਹੈ, ਕਲਯੁਗ ਦੇ ਸਮੇਂ ਵਾਹਿਗੁਰੂ ਨਾਮ ਨਾਸ ਕਰ ਦਿੰਦਾ ਹੈ। ਦੋਹਰਾ ਮੰਗਲ ਸੁਖ ਕਲਿਆਣ ਦਾ। ਇਹ ਜਿਹੜਾ ਭਾਈ ਇਹ ਵਾਹਿਗੁਰੂ ਨਾਮ ਹੈ ਸਦਾ ਕਹਿੰਦੇ ਜਿਹੜੇ ਮੰਗਲ ਹੈ, ਖੁਸ਼ੀਆਂ ਖੇੜੇ ਉਹਨਾਂ ਨੂੰ ਦੇਣ ਵਾਲਾ ਹੈ, ਤਰ੍ਹਾਂ ਤਰ੍ਹਾਂ ਦੇ ਸੁੱਖ ਬਖਸ਼ਣ ਵਾਲਾ ਹੈ ਤੇ ਇਸੇ ਤਰ੍ਹਾਂ ਕਲਿਆਣ ਦੇਣ ਵਾਲਾ ਹੈ। ਖੈਰ ਭਲਾਈ ਚੰਗੀ ਖੈਰ ਸੁੱਖ ਬਖਸ਼ਣ ਵਾਲਾ ਹੈ। ਜਿਵੇਂ ਅਸੀਂ ਕਹਿੰਦੇ ਤੁਹਾਡੇ ਘਰੇ ਵੀ ਖੈਰ ਸੁੱਖ ਹੈ, ਕਹਿੰਦੇ ਇਹ ਜਿਹੜਾ ਵਾਹਿਗੁਰੂ ਨਾਮ ਹੈ ਖੈਰ ਸੁੱਖ ਦੇਣ ਵਾਲਾ ਹੈ, ਜਾਂ ਕਲਿਆਣ ਦਾ ਦਾਤਾ, ਮੁਕਤੀ ਦਾ ਦਾਤਾ ਵੀ ਹੈ। ਕਰ ਹੈ ਅਮੰਗਲ ਹਾਨ। ਜਿਹੜਾ ਵਾਹਿਗੁਰੂ ਨਾਮ ਹੈ, ਜਿਹੜਾ ਇਹਨੂੰ ਜਪਦਾ ਹੈ, ਜਿੱਥੇ ਇਹਦਾ ਕਹਿੰਦੇ ਬਾਸਾ ਹੁੰਦਾ, ਪਹਿਰਾ ਹੁੰਦਾ, ਉੱਥੇ ਜਿੰਨੇ ਅਮੰਗਲ ਹੈ, ਵਿਘਨ ਹੈ, ਰੁਕਾਵਟਾਂ, ਦੁੱਖ ਤਕਲੀਫਾਂ ਹਨ, ਉਹਨਾਂ ਨੂੰ ਇਹ ਨਾਸ ਕਰ ਦਿੰਦਾ ਹੈ। ਜਪਤ ਜਪਤ ਸ੍ਰੀ ਨਾਮ ਕੋ। ਇਹ ਵਾਹਿਗੁਰੂ ਨਾਮ ਨੂੰ ਜਪਦੇ ਆਂ ਪ੍ਰਗਟੈ ਉਰ ਮੈਂ ਗਿਆਨ। ਹਿਰਦੇ ਵਿੱਚ ਜਿਹੜਾ ਬ੍ਰਹਮ ਗਿਆਨ ਹੈ ਉਹ ਵੀ ਪ੍ਰਗਟ ਹੋ ਜਾਂਦਾ ਹੈ, ਬ੍ਰਹਮ ਗਿਆਨ ਵੀ ਪ੍ਰਾਪਤ ਹੋ ਜਾਂਦਾ ਹੈ। ਚੌਪਈ ਵਰਤ ਨੇਮ ਜਪ ਤਪ ਜਗ ਕਰਮੂ। ਕਵੀ ਸੰਤੋਖ ਸਿੰਘ ਜੀ ਹੁਣ ਵਾਹਿਗੁਰੂ ਨਾਮ ਦੀ ਮਹਾਨਤਾ ਦੱਸ ਰਹੇ ਹੈ ਕਿ ਮਨੁੱਖ ਭਾਵੇਂ ਵਰਤ ਵੀ ਰੱਖਦਾ, ਕਈ ਤਰ੍ਹਾਂ ਦਾ ਪਰਨ ਜਾਂ ਧਾਰਦਾ ਵੀ ਮੈਂ ਆਹ ਨਹੀਂ ਖਾਣਾ, ਆਹ ਹੀ ਖਾਣਾ ਹੈ, ਤੇ ਇਸੇ ਤਰ੍ਹਾਂ ਕੋਈ ਨੇਮ ਵੀ ਰੱਖਦਾ ਹੈ ਵੀ ਕੋਈ ਰੀਤੀ ਵੀ ਹੁੰਦੀ ਹੈ ਵੀ ਮੈਂ ਇਹ ਨਿਤਨੇਮ ਨਿਯਮ ਨਾਲ ਇਹ ਕਰਨਾ ਹੀ ਕਰਨਾ, ਆਹ ਮੇਰਾ ਪਰਨ ਧਾਰਿਆ ਵੀ ਆਹ ਮੈਂ ਕਰਨਾ ਹੀ ਨਹੀਂ, ਆਹ ਕਰਨਾ ਹੀ ਕਰਨਾ ਹੈ। ਉਹ ਕੁਝ ਪਰਨ ਹੁੰਦੇ ਨਾ ਵੀ ਤੜਕੇ ਉੱਠਣਾ ਹੀ ਉੱਠਣਾ, ਭਾਵੇਂ ਕੁਝ ਹੋ ਜਾਏ, ਚੱਕਰ ਹੋਵੇ, ਚੱਕਰ ਚਾਂਗੀ ਮੀਂਹੋਂ ਵਰਸਾ ਪੀ ਗੁਰ ਦੇਖਣ ਜਾਈ, ਇਹ ਵਰਤ ਹੈ, ਪੱਕਾ ਪਰਨ ਹੈ ਵੀ ਭਾਵੇਂ ਚੱਕਰ ਚੱਲੇ, ਭਾਵੇਂ ਚੱਕਰ ਚਾਂਗੀ, ਤਿੱਖੀ ਹਨੇਰੀ ਵਗੇ, ਭਾਵੇਂ ਮੀਂਹ ਬਰਸੇ, ਵੀ ਗੁਰੂ ਮਹਾਰਾਜ ਦੇ ਨੂੰ ਦਰਸ਼ਨ ਦੇਖਣ ਜਾਣਾ, ਦਰਸ਼ਨ ਕਰਨੀ ਜਾਣਾ ਹੈ। ਇਸ ਤਰ੍ਹਾਂ ਦਾ ਪੱਕਾ ਵਰਤ ਪਰ ਪੱਕਾ ਪਰਨ। ਫਿਰ ਨੇਮ ਨਿਤਨੇਮ ਹਮੇਸ਼ਾ ਰੀਤੀ ਮਰਜ਼ਾਦਾ, ਜਿਹੜੀ ਰੀਤੀ ਕਰਨੀ ਉਹ ਕਰਨੀ, ਉਹ ਰੀਤੀ ਕਰਕੇ ਫਿਰ ਖਾਣਾ ਪੀਣਾ। ਜਿਹੜੇ ਕੋਈ ਵਰਤ ਪਰਨਾ ਹੈ ਤੇ ਹੋਰ ਮਰਜ਼ਾਦਾ ਹੈ, ਨੀਤੀ ਹੈ, ਜਾਪ ਹੈ, ਤਪ ਹੈ ਤੇ ਜਨ ਜਗ ਵਗੈਰਾ ਕਰਮ ਹਨ। ਨਾਮ ਬਿਨਾ ਬਿਰਥੇ ਸਭ ਧਰਮ। ਗੁਰੂ ਮਹਾਰਾਜ ਕਵੀ ਸੰਤੋਖ ਸਿੰਘ ਜੀ ਕਹਿੰਦੇ ਹੈ ਭਾਈ ਜੇ ਵਾਹਿਗੁਰੂ ਨਾਮ ਤੋਂ ਬਗੈਰ ਨਾਮ ਨਹੀਂ ਨਾ ਜਪਦਾ, ਇਹ ਜਿੰਨੇ ਕਹਿੰਦੇ ਇਹਦੇ ਜਗ ਤਪ ਰੂਪ ਧਰਮ ਰੂਪ ਕਰਮ ਹੈ,
ਉਹ ਵੀ ਵਰਤ ਨੇ ਹੋ ਰੱਖੇ ਹੋਏ ਸਭ ਵਿਅਰਥ ਹਨ, ਨਿਸ਼ਫਲ ਹਨ। ਨਾਮਹੀਨ ਭਵ ਸਾਗਰ ਵਿਚੂ ਜਿਹੜਾ ਮਨੁੱਖ ਵਾਹਿਗੁਰੂ ਨਾਮ ਤੋਂ ਹੀਣ ਹੈ, ਉਹ ਸੰਸਾਰ ਸਮੁੰਦਰ ਦੇ ਵਿੱਚ ਜਨਮ ਧਰਹਿ ਊਚੂ ਕਬ ਨੀਚੂ। ਦੇ ਸੰਸਾਰ ਦੇ ਵਿੱਚ ਕਦੇ ਉੱਚਿਆਂ ਘਰਾਂ ਦੇ ਵਿੱਚ ਜਨਮ ਧਾਰ ਲੈਂਦਾ ਹੈ, ਕੋਈ ਨੀਵਿਆਂ ਦੇ ਨੀਚਾਂ ਦੇ ਘਰ ਦੇ ਵਿੱਚ ਜਨਮ ਧਾਰ ਲੈਂਦਾ ਹੈ। ਉਹੀ ਚੱਕਰ ਕੱਟੀ ਜਾਂਦਾ, ਉੱਚਿਆਂ ਦੇ ਘਰ ਜਣ ਕੇ ਹੰਕਾਰੀ ਬਣਦਾ, ਅਸੀਂ ਛਤਰੀ ਹਾਂ ਜੀ, ਅਸੀਂ ਫਲਾਨੇ ਹਾਂ ਜੀ। ਨੀਵਿਆਂ ਦੇ ਘਰ ਦੇ ਵਿੱਚ ਊਂ ਦੁਖੀ ਹੋ ਜਾਂਦਾ ਹੈ, ਭੰਗੀ ਬਣ ਕੇ। ਉਹ ਇਸ ਤਰ੍ਹਾਂ ਗੰਦਮਨ ਸਿੱਟ ਕੇ ਗੰਦ ਵਿੱਚ ਰਹਿ ਕੇ ਇਹ ਜਨਮ ਧਾਰਦਾ ਹੈ ਸੰਸਾਰ ਵਿੱਚ ਨਾਮ ਜਪਣ ਤੋਂ ਬਗੈਰ। ਨਾਮ ਬਿਨਾ ਤਿਗ ਰਾਜ ਸਮਾਜੂ। ਕਵੀ ਜੀ ਕਹਿੰਦੇ ਵਾਹਿਗੁਰੂ ਨਾਮ ਤੋਂ ਬਗੈਰ ਜੇ ਮਨੁੱਖ ਨੂੰ ਕੋਈ ਰਾਜ ਭਾਗ ਮਿਲ ਜਾਂਦਾ, ਉਹ ਵੀ ਤਰਕਾਰ ਯੋਗ ਹੈ। ਤੇ ਹੋਰ ਰਾਜ ਦਾ ਜਿਹੜਾ ਸਾਜੋ ਸਮਾਨ ਹਾਥੀ ਘੋੜੇ ਮਹਿਲ ਮਾੜੀਆਂ, ਇਹ ਹਰੇ ਉਹ ਸਭ ਤਰਕਾਰ ਯੋਗ ਹੀ ਹੈ। ਨਾਮਹੀਨ ਜਗ ਜੀਵਨ ਲਾਜੂ। ਵਾਹਿਗੁਰੂ ਨਾਮ ਤੋਂ ਬਗੈਰ ਤਾਂ ਸੰਸਾਰ ਦੇ ਵਿੱਚ ਜਿਹੜਾ ਜਿਉਣਾ ਹੈ ਉਹ ਲੱਜਿਆ ਸਹਿਤ ਹੈ, ਸ਼ਰਮਸ਼ਾਰ ਸਹਿਤ ਹੀ ਹੈ। ਜਾਣੀ ਉਹ ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ ਹੈ, ਤੂੰ ਇਸ ਤਰ੍ਹਾਂ ਕਹਿੰਦੇ ਉਹਦਾ ਜਿਉਣਾ ਹੀ ਸ਼ਰਮਸ਼ਾਰ ਨਿੰਦਿਤ ਜੈ। ਅਪੈ ਪਵਿੱਤ ਭੋਗੈ ਭਾਵ ਭੋਗੂ। ਜਿਹੜਾ ਵਾਹਿਗੁਰੂ ਨਾਮ ਭੁਲਾ ਕੇ ਅਪੈ ਹੋ ਕੇ ਨਿਰਭੈ ਹੋ ਕੇ ਨਿਡਰ ਹੋ ਕੇ ਸੰਸਾਰ ਦੇ ਜਿੰਨੇ ਭੋਗ ਪਦਾਰਥ ਨੂੰ ਭੋਗਦਾ ਛਕਦਾ ਛਕਾਉਂਦਾ ਹੈ। ਨਾਮ ਬਿਨਾ ਜਾਵਹਿ ਜਮ ਲੋਗੂ। ਜੇ ਵਾਹਿਗੁਰੂ ਨਾਮ ਜਪ ਕੇ ਨਹੀਂ ਨਾ ਇਹ ਪਦਾਰਥ ਛਕਦਾ, ਫਿਰ ਨਾਮ ਤੋਂ ਬਗੈਰ ਜਮਾਂ ਦੇ ਲੋਕ ਕੇ ਖਾਣ ਪੀਣ ਵਾਲਾ ਜਾਏਗਾ। ਜੇ ਵਾਹਿਗੁਰੂ ਨਾਮ ਲੈ ਕੇ ਛਕੇਗਾ, ਫਿਰ ਉਹਦਾ ਖਾਧਾ ਪੀਤਾ ਵੀ ਸਫਲ। ਇਸੇ ਤਰ੍ਹਾਂ ਉਹ ਜਮਾਂ ਦੇ ਲੋਕ ਨੂੰ ਹੀ ਨਹੀਂ ਜਾਏਗਾ, ਉਹ ਸਿੱਧਾ ਸੱਚਖੰਡ ਜਾਏਗਾ। ਨਾਮ ਤੋਂ ਬਗੈਰ ਜਮਾਂ ਦੇ ਲੋਕ ਜਾਏਗਾ ਖਾਣ ਪੀਣ ਵਾਲਾ ਪਦਾਰਥਾਂ ਨੂੰ। ਚੌਪਈ ਸੁੰਦਰ ਮੰਦਰ ਅੰਗਨਾ ਸੇਜਾ। ਆਏ ਚੰਗੇ ਸੋਹਣੇ ਸੁੰਦਰ ਮਕਾਨ ਤੇ ਉਹ ਮੰਦਰਾਂ ਦੇ ਅੰਦਰ ਸੇਜਾਂ ਉੱਪਰ ਸੋਹਣੀਆਂ ਜਿਹੜੀਆਂ ਕੋਈ ਤ੍ਰੀਫਤਾਂ ਹਨ। ਅੰਤ ਸਮੇਂ ਜਮ ਗਹਿ ਕਰ ਲੈ ਜਾ। ਇਹਨਾਂ ਵਿੱਚ ਪਰਚ ਗਿਆ ਨਾ ਵਾਹਿਗੁਰੂ ਨਾਮ ਨਹੀਂ ਨਾ ਜਪਦਾ, ਜਦੋਂ ਅੰਤ ਦਾ ਸਮਾਂ ਆਊ ਇਹਨਾਂ ਸੇਜਾਂ ਤੇ ਬੈਠਿਆਂ ਆਨੰਦ ਮਾਣਦਿਆਂ ਸੋਹਣੇ ਮਕਾਨਾਂ ਵਿੱਚ ਰਹਿੰਦਿਆਂ ਨੂੰ ਜੰਮ ਫੜ ਕੇ ਲੈ ਜਾਏਗਾ, ਜਮਰੂਦ ਕੰਨੋਂ ਫੜ ਕੇ ਲੈ ਜਾਣਗੇ। ਚਤੁਰੰਗਨ ਤੁਜਨੀ ਬਲ ਧਰਨੀ। ਮੈਂ ਕਹਿੰਦੇ ਬਲ ਰੱਖਣ ਵਾਲੀ 4 ਤਰ੍ਹਾਂ ਦੀ ਫੌਜ ਹੋਵੇ, ਪੈਦਲ ਫੌਜ ਹੋਵੇ, ਰਥਾਂ ਵਾਲੀ ਫੌਜ ਹੋਵੇ, ਘੋੜਿਆਂ ਵਾਲੀ ਫੌਜ ਹੋਵੇ, ਹਾਥੀਆਂ ਵਾਲੀ ਫੌਜ ਹੋਵੇ। ਅਜੋਕੇ ਸਮੇਂ ਵਿੱਚ ਹੁਣ ਜਿਹੜੀ ਰਥਾਂ ਵਾਲੀ ਫੌਜ ਹੈ ਉਹ ਤਾਂ ਚਲਾਈ ਗਈ ਹੈ। ਘੋੜਿਆਂ ਵਾਲੀ ਵੀ ਕੋਈ ਇੰਨੀ ਨਹੀਂ ਹੈ, ਕਿਤੇ ਆ ਮੇਲੇ ਮੂਲਿਆਂ ਤੇ ਫਿਰਦੇ ਹੁੰਦੇ, ਜਾਂ ਜਿੱਥੇ ਕੋਈ ਜ਼ਿਆਦਾ ਕੋਈ ਉਹ ਖਤਰਾ ਹੁੰਦਾ ਉੱਥੇ ਘੋੜਿਆਂ ਵਾਲੇ ਫਿਰਦੇ ਹੁੰਦੇ। ਉਂਝ ਨਹੀਂ, ਪਹਿਲਾਂ ਬਹੁਤ ਹੁੰਦੀ ਸੀ। ਅੱਜ ਕੱਲ੍ਹ ਹੁਣ ਰਥਾਂ ਵਾਲੀ ਫੌਜ ਦੀ ਆ ਜਿਹੜੀਆਂ ਗੱਡੀਆਂ ਗੁੱਡੀਆਂ ਜਾਂ ਫੌਜੀ ਲਈ ਪਏ, ਰਥਾਂ ਵਾਲੀ ਫੌਜ ਬਣ ਗਈ। ਇਸ ਤਰ੍ਹਾਂ ਘੋੜਿਆਂ ਵਾਲੀ ਜਿਹੜੀ ਫੌਜ ਆ ਉਹ ਸਮਝ ਲਓ ਵੀ ਜਿਵੇਂ ਆ ਟੈਂਕ ਟੁੰਕ ਜੇ ਹੈ, ਤੇ ਹਾਥੀਆਂ ਵਾਲੀ ਜਿਹੜੀ ਫੌਜ ਆ ਉਹ ਇਉਂ ਸਮਝ ਲਓ ਜਿਵੇਂ ਆਕਾਸ਼ ਵਿੱਚ ਕੋਈ ਜਹਾਜ਼ ਜੂਝੇ ਫਿਰਦੇ ਆ, ਜਾਂ ਦੂਸਰੇ ਜਿਹੜੇ ਕੋਈ ਛੋਟੇ ਜਹਾਜ਼ ਜੇ ਹੁੰਦੇ ਆ ਉਹ ਆਮ ਜਿੱਥੇ ਮਰਜ਼ੀ ਉਤਾਰ ਲੈਂਦੇ। ਉਹ ਇਸ ਤਰ੍ਹਾਂ ਕਹਿੰਦੇ ਹਾਥੀਆਂ ਵਾਲੀ ਫੌਜ ਹੈ। ਉਹ ਸਾਰੇ ਕਹਿੰਦੇ ਇਹਨਾਂ 4 ਤਰ੍ਹਾਂ ਦੀ ਬਲ ਰੱਖਣ ਵਾਲੀ ਫੌਜ ਹੋਵੇ ਇਹਦੇ ਕੋਲ। ਤੇ ਛਿਨ ਕਾਹੋ ਨਾ ਤੇ ਹੋਏ ਕਰਨੀ। ਜਦੋਂ ਅੰਤ ਦਾ ਸਮਾਂ ਆਊ, ਜੇ ਵਾਹਿਗੁਰੂ ਨਾਮ ਨਹੀਂ ਨਾ ਇਹਦੇ ਕੋਲ ਹੈ, ਫਿਰ ਕਹਿੰਦੇ ਇਹਦੇ ਸਾਂ ਕੋਈ ਵੀ ਕਹਿੰਦੇ ਕਰਨੀ ਨਹੀਂ ਹੋ ਸਕੇਗੀ। ਇਹ ਤਾਂ ਕੁਛ ਨਹੀਂ ਹੋ ਸਕੇਗਾ।
ਇਹ ਫੌਜਾਂ ਦੇ ਹੁੰਦਿਆਂ ਪਕੜਿਆ ਹੋਇਆ ਨੂੜਿਆ ਹੋਇਆ ਚਲੇ ਜਾਏਗਾ ਜਮਾਂ ਦੇ ਬਸ ਪਿਆ ਜਮਰਾਜ ਲੋਕ ਨੂੰ ਪਰਲੋਕ ਨੂੰ। ਗਜ ਬਾਜੀ ਸਯੰਦਨ ਬਹੁ ਰੰਗੇ ਬਹੁਤ ਰੰਗਾਂ ਦੇ ਤਰ੍ਹਾਂ ਤਰ੍ਹਾਂ ਦੇ ਹਾਥੀ ਤੇ ਬਹੁਤ ਤਰ੍ਹਾਂ ਤਰ੍ਹਾਂ ਦੇ ਘੋੜੇ ਤੇ ਤਰ੍ਹਾਂ ਤਰ੍ਹਾਂ ਦੇ ਚੰਦਨ ਕੀ ਜਿਹੜੇ ਰਥ ਹਨ। ਹੋਤ ਕੋਸ਼ ਗਮਨੇ ਪਰ ਨੰਗੇ ਬਹੁਤ ਕਹਿੰਦੇ ਧਨ ਦੇ ਰਤਨਾ ਹੀਰਾਂ ਦੇ ਖਜ਼ਾਨੇ ਹੁੰਦਿਆਂ ਹੋਇਆਂ ਜੇ ਵਾਹਿਗੁਰੂ ਨਾਮ ਨਹੀਂ ਆਈ ਹੋਵੇਗਾ ਇੱਥੋਂ ਫਿਰ ਨੰਗੇ ਪੈਰੀ ਚੱਲੇਗਾ। ਨੰਗੇ ਪਾਵੋਂ ਤੇ ਗਏ ਜਿਨਕੇ ਲੱਖ ਕਰੋੜ ਸੇਵਕਾ ਡੋਰੇ ਤਜ ਕਰ ਨਾਨਾ। ਜਿਹੜੀਆਂ ਪਾਲਕੀਆਂ ਤੇ ਡੋਲੇ ਹਨ ਤਰ੍ਹਾਂ ਤਰ੍ਹਾਂ ਦੇ ਇਹਨਾਂ ਨੂੰ ਛੱਡ ਕੇ ਨਾਮ ਬਿਨਾ ਜਮਪੁਰੀ ਪਿਆਨਾ। ਵਾਹਿਗੁਰੂ ਨਾਮ ਤੋਂ ਬਗੈਰ ਇਹਨਾਂ ਨੂੰ ਛੱਡ ਕੇ ਜਮਪੁਰੀ ਨੂੰ ਇਹ ਚੱਲਦਾ ਹੈ ਮਨੁੱਖ। ਨਾਮਹੀਨ ਅਸ ਸਵਾਸ ਸਹਿਤ ਹੈ। ਜੀ ਕਹਿੰਦੇ ਜਿਹੜਾ ਨਾਮ ਤੋਂ ਬਗੈਰ ਮਨੁੱਖ ਹੈ ਉਹਦਾ ਜਿਹੜਾ ਸਰੀਰ ਹੈ ਨਾ ਐਸਾ ਸਵਾਸਾਂ ਦੇ ਸਹਿਤ ਹੈ। ਜਿਹ ਬਿਦ ਭਸਰਾ ਫੂਕ ਵਹਿਤ ਹੈ। ਇਸ ਤਰ੍ਹਾਂ ਜਿਹੜਾ ਕਹਿੰਦੇ ਲੋਹਾਰ ਉਹਦੇ ਕੋਲ ਦੋ ਖੱਲਾਂ ਜੀਆਂ ਹੁੰਦੀਆਂ ਤੇ ਉਹ ਹੱਥਾਂ ਨਾਲ ਫੂਕ ਜੀ ਉਹਦੇ ਵਿੱਚ ਭਰਦਾ ਹੁੰਦਾ ਤੇ ਭੱਠੀ ਮਗਾਉਂਦਾ ਹੁੰਦਾ ਕੋਲਿਆਂ ਦੀ। ਕਹਿੰਦੇ ਇਸ ਤਰ੍ਹਾਂ ਕਹਿੰਦੇ ਨਾਮ ਤੋਂ ਬਗੈਰ ਜਿਹੜਾ ਕੋਈ ਸਰੀਰ ਹੈ ਉਹ ਤਾਂ ਜਿਵੇਂ ਲੋਹਾਰ ਦੀਆਂ ਖੱਲਾਂ ਵਿੱਚ ਫੂਕ ਚੱਲਦੀ ਹੁੰਦੀ ਫੂਕ ਵਗਦੀ ਹੁੰਦੀ ਹੈ। ਆਹ ਸਰੀਰ ਵਿੱਚੋਂ ਮਾਨੋ ਇਹ ਸਵਾਸ ਚੱਲ ਰਹੀ ਹੈ ਖੱਲਾਂ ਵਿੱਚੋਂ ਹੀ ਫੂਕ ਬਹਿ ਰਹੀ ਹੈ ਨਿਕਲ ਰਹੀ ਹੈ ਤੇ ਭਰ ਰਹੀ ਹੈ। ਨਾਮ ਜਪਤ ਸੇ ਵੱਡੇ ਵਡੇਰੇ ਪਰ ਜਿਹੜੇ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਉਹ ਤਾਂ ਵੱਡਿਆਂ ਤੋਂ ਵੀ ਵੱਡੇ ਹਨ। ਤਿੰਨ ਜਮ ਦੂਤ ਨ ਆਵਤ ਨੇਰੇ। ਵਾਹਿਗੁਰੂ ਨਾਮ ਜਪਣ ਵਾਲਿਆਂ ਦੇ ਨੇੜੇ ਜਿਹੜੇ ਜਮਦੂਤ ਹੈ ਧਰਮਰਾਜ ਦੇ ਦੂਤ ਹੈ ਉਹ ਵੀ ਨੇੜੇ ਨਹੀਂ ਢੁਕਦੇ। ਉਹ ਤਾਂ ਗੁਰਬਾਣੀ ਵਿੱਚ ਵੀ ਲਿਖਿਆ ਹੈ ਉਹ ਜੈ ਸਾਧੂ ਗੋਵਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛਟਾ ਨਿਕਟ ਨਾ ਜੋ ਦੂਤ ਉੱਥੇ ਹੈ ਮੇਰੇ ਦੂਤੋਂ ਨਹੀਂ ਨੇੜੇ ਜਾਣਾ ਹੈ। ਇਹੋ ਹੀ ਪ੍ਰਭਾਵ ਨਾਲ ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਨਾਮ ਜਪਦੇ ਉਹ ਬਹੁਤ ਵੱਡਿਆਂ ਤੋਂ ਵੱਡੇ ਹੋ ਜਾਂਦੇ। ਉਹ ਏਡੇ ਵੱਡਿਆਂ ਨੂੰ ਦੇਖ ਕੇ ਜਿਹੜੇ ਜਮਦੂਤ ਧਰਮਰਾਜ ਦੇ ਦੂਤ ਉਹਨਾਂ ਦੇ ਨੇੜੇ ਨਹੀਂ ਢੁਕਦੇ ਡਰਦੇ। ਦੋਹਰਾ ਨਾਮ ਨ ਜਪ ਹੈ ਅਕ੍ਰਿਤ ਕਣ। ਜਿਹੜੇ ਵਾਹਿਗੁਰੂ ਅਕਾਲ ਪੁਰਖ ਪਾਸੋਂ ਸਭ ਕੁਝ ਪ੍ਰਾਪਤ ਕਰਕੇ ਨਾਮ ਨਹੀਂ ਨਾ ਜਪਦੇ ਹਨ ਉਹ ਤਾਂ ਬਹੁਤ ਵੱਡੇ ਕਿਰਤ ਕਣ ਹੈ। ਵਾਹਿਗੁਰੂ ਦੇ ਪਰਪਕਾਰਾਂ ਨੂੰ ਭੁਲਾਉਣ ਵਾਲੇ ਹਨ। ਜੋ ਅਬ ਮਤ ਦਾਤਾਰ ਜਿਹੜਾ ਵਾਹਿਗੁਰੂ ਨਾਮ ਚ ਨਾਮ ਦਾ ਦਾਤਾ ਅਕਾਲ ਪੁਰਖ ਅਬ ਮਤ ਦਾਤਾਰ ਮਨ ਭਾਉਂਦਾ ਦੇਣ ਵਾਲਾ ਦਾਤਾ ਹੈ। ਜਗ ਵਡਿਆਈ ਬਾਦ ਮਹਿ ਐਵੇਂ ਕਹਿੰਦੇ ਸੰਸਾਰ ਦੀਆਂ ਵਡਿਆਈਆਂ ਵਿੱਚ ਸੰਸਾਰ ਦੇ ਬਾਹਰ ਝਗੜਿਆਂ ਵਿੱਚ ਫਜ਼ੂਲੀ ਉਰਜੇ ਮੰਦ ਗਵਾਰ। ਬੇਸੰਗ ਭੈੜੀ ਮਤ ਵਾਲੇ ਫਸੇ ਪਏ ਝਗੜਿਆਂ ਵਡਿਆਈਆਂ ਵਿੱਚ ਹੀ ਫਸੇ ਇੱਥੋਂ ਚਾਲੇ ਮਾਰ ਜਾਂਦੇ ਪੱਲੇ ਕੁਛ ਵੀ ਨਹੀਂ ਉਹਨਾਂ ਲੋਕਾਂ ਦੇ ਹੁੰਦਾ ਹੈ। ਚੌਪਈ ਜਾਣਤ ਸੰਤ ਨਾਮ ਪ੍ਰਤਾਪੂ। ਪਰ ਵਾਹਿਗੁਰੂ ਨਾਮ ਦੇ ਪ੍ਰਤਾਪ ਨੂੰ ਜਿਹੜੇ ਸਿਮਰਨ ਕਰਨ ਵਾਲੇ ਸੰਤ ਚੰਗੀ ਤਰ੍ਹਾਂ ਜਾਣਦੇ ਆ ਸਮਝਦੇ ਆ। ਜਿਹ ਕੇ ਪਾਇਓ ਜਾਪ ਅਜਾਪ। ਕਹਿੰਦੇ ਜਿਹਨੇ ਕੀਨੇ ਪਾਇਆ ਨਾ ਜਿਹੜਾ ਜਾਪ ਤੋਂ ਅਜਾਪ ਹੈ ਉਹ ਮੇਰੇ ਜਾਪ ਨਾਲ ਨਹੀਂ ਹੈ ਜਪਨ ਜਿਹੜਾ ਅਜਾਪ ਹੈ ਨਾਥ ਹੈ ਵੈਸਾ ਜਿਹੜਾ ਅਜਾਪ ਤੋਂ ਅਜਾਪ ਹੈ ਪਰੇ ਹੈ ਉਹਨੂੰ ਜਿਹਨੇ ਕੀਨੇ ਪਾਇਆ ਵਾਹਿਗੁਰੂ ਨਾਮ ਜਪ ਕੇ ਪਾਇਆ ਹੈ। ਨਹ ਜਾਣਹਿ ਸਾਕਤ ਪ੍ਰਤਾਪਾ। ਜਿਹੜੇ ਸਾਕਤ ਸ਼ਕਤੀ ਦੇ ਮਾਇਆ ਦੇ ਉਪਾਸ਼ਕ ਮਾਇਆ ਦੇ ਪੁੱਤ ਹੈ ਸਾਕਤ ਟੁੱਟੇ ਹੋਏ ਆ ਪਰਮੇਸ਼ਰ ਵੱਲੋਂ ਉਹ ਵਾਹਿਗੁਰੂ ਨਾਮ ਦੇ ਪ੍ਰਤਾਪ ਨੂੰ ਬਿਲਕੁਲ ਨਹੀਂ ਜਾਣਦੇ। ਧਨ ਵਿਸ਼ਵਾਸੀ ਅਹਿਮਤ ਆਪਾ। ਕਿਉਂਕਿ ਉਹ ਤਾਂ ਧੰਦੇ ਵਿਸ਼ਵਾਸੀ ਧਨ ਤੇ ਭਰੋਸਾ ਰੱਖਣ ਵਾਲੇ ਵੀ ਸਾਡੇ ਕੋਲ ਮਾਇਆ ਅਸੀਂ ਮਾਇਆ ਨਾਲ ਐਂ ਕਰ ਦਿਆਂਗੇ ਆਹ ਕਰ ਦਿਆਂਗੇ। ਜਿਹੜੇ ਧੰਦੇ ਵਿਸ਼ਵਾਸੀ ਧਨ ਤੇ ਭਰੋਸਾ ਰੱਖਣ ਵਾਲੇ ਉਹ ਅਹਿਮਤ ਆਪਾ ਉਹਨਾਂ ਦਾ ਆਪਣਾ ਆਪਾ ਕਹਿੰਦੇ ਜਿਹੜਾ
ਅਹਿਮਤ ਵਾਲਾ ਹੈ, ਸੱਪ ਵਾਲੀ ਬੁੱਧੀ ਵਾਲਾ ਹੈ। ਜਿਵੇਂ ਜਿਹੜਾ ਸੱਪ ਹੈ ਜਿੱਥੇ ਧਨ ਹੁੰਦਾ ਉੱਥੇ ਬੈਠਦਾ ਹੈ, ਨਾ ਉਹ ਸੱਪ ਤੁਹਾਨੂੰ ਆਪ ਵਰਤਦਾ ਤੇ ਨਾ ਕਿਸੇ ਨੂੰ ਉਹ ਵਰਤਣ ਦਿੰਦਾ, ਕੱਢਣ ਦਿੰਦਾ, ਲਿਜਾਣ ਦਿੰਦਾ ਹੈ। ਇਸ ਤਰ੍ਹਾਂ ਜਿਹੜੇ ਕੋਈ ਪਰਮੇਸ਼ਰ ਦੇ ਨਾਮ ਵਾਹਿਗੁਰੂ ਤੋਂ ਉਹ ਭੁੱਲੇ ਹੋਏ ਹੈ, ਨਾਮ ਦੇ ਪ੍ਰਤਾਪ ਨੂੰ ਜਾਣਦੇ ਹੋ ਤਾਂ ਸੱਪ ਬੁੱਧੀ ਵਾਲੇ ਹੈ। ਨਾ ਉਹ ਤੁਹਾਨੂੰ ਆਪ ਵਰਤ ਸਕਦੇ ਹੈ ਤੇ ਨਾ ਅੱਗੇ ਕਿਸੇ ਨੂੰ ਉਹ ਦਾਨ ਰੂਪ ਵੀ ਦਿੰਦੇ ਹਨ। ਉਹ ਸੱਪ ਬੁੱਧੀ ਵਾਲੇ ਮਨੁੱਖ ਹਨ। ਦਰਬ ਹੇਤ ਸਭ ਕਰ ਹੈ ਉਪਾਈ। ਇਹੋ ਜਿਹੇ ਜਿਹੜੇ ਲੋਕ ਹੈ ਧਨ ਵਾਸਤੇ ਸਭ ਤਰ੍ਹਾਂ ਦੇ ਉਪਰਾਲੇ ਹੀਲੇ ਕਰਦੇ ਆ, ਸਾਰੇ ਪਾਪੜ ਬੇਲਦੇ ਆ। ਵਾਹਿਗੁਰੂ ਔਰ ਦੀਨ ਭੁਲਾਈ। ਉਹਨਾਂ ਲੋਕਾਂ ਨੇ ਵਾਹਿਗੁਰੂ ਨਾਮ ਨੂੰ ਧਰ ਦੇ ਵਿੱਚੋਂ ਭੁਲਾਈ ਦਿੱਤਾ ਹੋਇਆ ਹੈ, ਭੁੱਲ ਗਿਆ ਹੈ। ਕੰਚਨ ਰੁਚਿਤ ਰਚਿਤ ਬਾਰ ਰਤਨਾ। ਔਰ ਜਿਹੜੇ ਸੋਨਾ ਹੈ ਜਿਹਦੇ ਵਿੱਚ ਕਹਿੰਦੇ ਰਤਨ ਜੜੇ ਹੋਏ ਆ, ਰਤਨਾਂ ਨਾਲ ਬਣਾ ਰਚਿਆ ਹੋਇਆ ਬਣਾਇਆ ਸੋਹਣਾ ਗਹਿਣਾ ਸੋਨੇ ਦਾ। ਤਿਹ ਤਜ ਕਰਤ ਕਾਚ ਹਿਤ ਜਤਨਾ। ਉਸ ਵਾਹਿਗੁਰੂ ਨਾਮ ਨੂੰ ਛੱਡ ਕੇ ਤੇ ਜਿਹੜਾ ਕੱਚ ਹੈ ਉਹਨੂੰ ਇਕੱਠਾ ਕਰਨ ਵਾਸਤੇ ਕਹਿੰਦੇ ਯਤਨ ਕਰਦੇ ਰਹਿੰਦੇ ਆ। ਜਿਹੜਾ ਸੋਨੇ ਦਾ ਗਹਿਣਾ ਜਿਹਦੇ ਵਿੱਚ ਰਤਨ ਰਚਿਆ ਹੋਵੇ, ਬਣਾ ਲਾਇਆ ਹੋਵੇ, ਉਹਨੂੰ ਛੱਡ ਦਿੱਤਾ ਹੈ। ਜਿਹੜਾ ਕੱਚ ਨਿਕੰਮਾ ਪਦਾਰਥ ਹੈ ਉਹਨੂੰ ਇਕੱਠਾ ਕਰਨ ਵਾਸਤੇ ਇਸ ਤਰ੍ਹਾਂ ਕਹਿੰਦੇ ਯਤਨ ਕਰੀ ਜਾਂਦੇ। ਉਹ ਸਾਖਤ ਲੋਕ ਸ਼ਕਤੀ ਦੇ ਉਪਾਸ ਪਰਮੇਸ਼ਰ ਨਾਲੋਂ ਨਾਮ ਨਾਲੋਂ ਟੁੱਟੇ ਲੋਕ। ਇਸ ਤਰ੍ਹਾਂ ਕਵੀ ਜੀ ਨੇ ਨਾਮ ਜਿਹੜਾ ਵਾਹਿਗੁਰੂ ਦੀ ਮਹਾਨਤਾ ਜਿਹੜੇ ਨਹੀਂ ਜਪਦੇ ਉਹਨਾਂ ਨੂੰ ਕੀ ਘਾਟਾ ਪੈਂਦਾ, ਕਿੱਧਰ ਜਾਂਦੇ ਨੇ, ਕਿਹੋ ਜਿਹਾ ਉਹਨਾਂ ਦਾ ਹਾਲ ਹੁੰਦਾ ਹੈ। ਇਹ ਦੋਹਰਿਆਂ ਰਾਹੀਂ ਕੁਝ ਬਿਆਨ ਕੀਤਾ ਹੈ। ਅੱਗੇ ਜਿਹੜੇ ਬੜੇ ਬੜੇ ਦੁਨੀਆ ਵਿੱਚ ਹੋਏ ਆ ਜਿਨ੍ਹਾਂ ਦਾ ਨਾਮ ਰੋਸ਼ਨ ਹੈ, ਵੀ ਉਹ ਸਾਰੇ ਨਾਮ ਦੀ ਮਹਿਮਾ ਮਹਾਨਤਾ ਨੂੰ ਜਾਣਦੇ, ਉਹਨਾਂ ਦੇ ਨਾਂ ਲੈਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਜਿਨ੍ਹਾਂ ਭਗਤਾਂ ਦੀ ਬਾਣੀ ਆਈ ਹੈ ਵੀ ਉਹ ਨਾਮ ਦੇ ਪ੍ਰਤਾਪ ਕਰਕੇ, ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਨ੍ਹਾਂ ਭਗਤਾਂ ਦੇ ਨਾਂ ਆਏ, ਪ੍ਰਹਿਲਾਦ ਦਾ ਨਾਂ ਆਇਆ, ਧਰੂ ਦਾ ਆਇਆ, ਬਿਦਰ ਦਾ ਆਇਆ ਹੈ। ਹੋਰ ਜਿਹੜੀ ਕੋਈ ਗਣਕ ਹੈ ਜਾਂ ਇਹ ਤੋਂ ਬਗੈਰ ਰਾਜੇ ਕੋਈ ਆਏ ਹੈ, ਧਰੂ ਰਾਜਾ ਆਇਆ ਹੈ ਤੇ ਮਾਨ ਧਾਤਾ ਰਾਜਾ ਆਇਆ ਹੈ। ਕਰੂਰ ਰਾਜੇ ਦਾ ਨਾਮ ਆਇਆ ਵੀ ਉਹ ਸਾਰੇ ਨਾਮ ਕਰਕੇ ਪ੍ਰਸਿੱਧ ਹੈ। ਹੋਰ ਵੀ ਉਹ ਰਾਜੇ ਕਰਕੇ ਮਹਾਨ ਨਹੀਂ ਸੀ, ਉਹਨਾਂ ਨੇ ਆਪਣੇ ਸਮੇਂ ਨਾਮ ਜਪਿਆ ਤਾਂ ਉਹਨਾਂ ਦਾ ਨਾਂ ਰੋਸ਼ਨ ਹੈ ਦੁਨੀਆ ਵਿੱਚ। ਸੋ ਇਸ ਤਰ੍ਹਾਂ ਉਹ ਸਾਰਿਆਂ ਭਗਤਾਂ ਦੇ ਨਾਂ ਲੈ ਕੇ ਨਾਮ ਗੁਰੂ ਵਾਹਿਗੁਰੂ ਨਾਮ ਦੀ ਮਹਿਮਾ ਕਵੀ ਜੀ ਨੇ ਕੀਤੀ ਹੈ। ਉਹ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਸਾਰਾ ਪਰਸਨ ਲਵਾਂਗੇ, ਵਿਚਾਰ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ। ਦਰਬ ਹੇਤ ਸਭ ਕਰ ਹੈ ਉਪਾਈ। ਵਾਹਿਗੁਰੂ ਔਰ ਦੀਨ ਭੁਲਾਈ। ਕੰਚਨ ਰੁਚਿਰ ਰਚਿਤ ਬਾਰ ਰਤਨਾ। ਤਿਹ ਤਜ ਕਰਤ ਕਾਚ ਹਿਤ ਜਤਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।